जो इमिग्रेशन लॉयर्स हैं कंसल्टेंट्स हैं वो भी फेस कर रहे हैं कि भी एप्लीकेशन प्रोसेस नहीं हो रही या ਜਿਹੜੀ ਪ੍ਰੋਸੈਸ ਹੋ ਰਹੀ ਹੈ ਅੱਗੇ ਉਹਨਾਂ ਨੂੰ ਵੀਜ਼ਾ ਇਸ਼ੂ ਨਹੀਂ ਕਰ ਰਹੇ ਜਿਹੜੇ ਬਾਹਰ ਵਾਲੇ ਗੱਲ ਸੁਣਨ ਚ ਆਉਂਦੀ ਸੀਗੀ ਵੀ ਦੇਖੋ ਜੀ ਜਿਹੜੀ ਕੈਨੇਡਾ ਦੀ ਸਰਕਾਰ ਆ ਇਹ ਇਮੀਗ੍ਰੈਂਟਸ ਤੋਂ ਬਹੁਤ ਪੈਸਾ ਬਣਾਉਂਦੀ ਖਾਸ ਕਰਕੇ ਸਟੂਡੈਂਟਸ ਤੋਂ ਜੀ ਤੇ ਉਹਨਾਂ ਨੂੰ ਕਾਫੀ ਪੈਸਾ ਬਣਦਾ ਹੈਗਾ ਸੋ ਇਸ ਕੋਵਿਡ-19 ਕਰਕੇ ਇਹਦਾ ਮਤਲਬ ਹੈ ਘਾਟਾ ਪਿਆ ਹੋਊਗਾ ਜੀ ਸਰਕਾਰ ਨੂੰ ਤੁਸੀਂ ਸ਼ਾਇਦ ਪੜ੍ਹਿਆ ਹੋਣਾ ਅਖਬਾਰਾਂ 'ਚ ਕਿ ਇਮੀਗ੍ਰੇਸ਼ਨ ਮਹਿਕਮਾ ਵੀ ਜੋ ਸਟਾਫ ਹੈ ਉਹ ਵੀ ਮੋਰ ਦੈਨ 50% ਲੇਡ ਆਫ ਹੈ ਵਰਕਿੰਗ ਫਰਮ ਹੋਮ ਹੈ ਤੇ ਇਹਨਾਂ ਦੀ ਜਿਹੜੀ ਉਹ ਇੱਕ ਪ੍ਰੋਸੈਸਿੰਗ ਡਿਲੇ ਵੀ ਚੱਲ ਰਹੀ ਹੈ ਇਸ ਕਰਕੇ ਕੋਈ ਆ ਨਹੀਂ ਰਿਹਾ ਕੁਝ ਯੂਨੀਵਰਸਿਟੀਜ਼ ਹੈ ਮੈਂ ਨਾਮ ਨਹੀਂ ਲਿਆਂਗਾ ਕੁਝ ਯੂਨੀਵਰਸਿਟੀਜ਼ ਹੈ ਜਿਹੜੇ more than 35 to 40% ਉਹਨਾਂ ਦਾ enrollment ਹੈ they are just foreign students ਅਗਰ foreign student ਨਹੀਂ ਆਏਗਾ they have to close down the department ਸਟੂਡੈਂਟਸ ਜਾਂ ਜਿਹੜੇ ਲੋਕ ਉਧਰੋਂ ਆਉਣਾ ਚਾਹੁੰਦੇ ਸੀਗੇ ਤੇ ਉਹਨਾਂ ਤੇ ਇਹ ਜਿਹੜੀਆਂ ਰੋਕਾਂ ਲੱਗੀਆਂ ਉਹਨਾਂ ਨੂੰ ਵੀ ਬੜਾ ਇੱਕ ਕਿਸਮ ਦਾ ਕਹਿ ਲਓ ਵੀ ਨੁਕਸਾਨ ਹੋ ਰਿਹਾ ਜੀ ਇਹ ਤੇ ਕੋਈ ਆ ਹੀ ਨਹੀਂ ਸਕਦੇ ਇਸ ਵਕਤ ਕਿਉਂਕਿ ਟਰੈਵਲ ਰੈਸਟ੍ਰਿਕਸ਼ਨ ਬਾਰਡਰ ਤੇ ਲੱਗੀ ਹੋਈ ਹੈ ਟਰੈਵਲ ਰੈਸਟ੍ਰਿਕਸ਼ਨ ਤੁਸੀਂ ਕ੍ਰਾਸ ਕਰਨ ਲਈ ਤੁਸੀਂ ਹਜ਼ਾਰੋਂ ਤਰੀਕੇ ਨਾਲ ਆਪਣਾ ਐਗਜ਼ੈਂਪਸ਼ਨ ਅਪਲਾਈ ਕਰੋਗੇ ਫਿਰ ਕੋਵਿਡ ਟੈਸਟ ਕਰਾਓਗੇ ਫਲਾਨਾ ਕਰੋਗੇ ਇਨਫੈਕਟ ਫਲਾਈਟ ਵੀ ਨਹੀਂ ਚੱਲ ਰਹੀ ਬਬਲ ਫਲਾਈਟਾਂ ਚੱਲ ਰਹੀਆਂ ਸਕੇਜੂਲ ਕਮਰਸ਼ੀਅਲ ਫਲਾਈਟ ਵੀ ਨਹੀਂ ਹੈ ਕੈਨੇਡਾ ਦੀ ਆਸ ਉਹਨਾਂ ਨੂੰ ਲੱਗਦੀ ਹੈ ਕਿ ਵੀ ਟਰੂਡੋ ਸਾਹਿਬ ਸ਼ਾਇਦ ਸੱਦਾ ਦੇ ਰਹੇ ਹੈ ਤੇ ਇੱਥੇ ਚੱਲੀਏ ਲੇਕਿਨ ਇੱਧਰ ਵੀ ਕੰਮ ਹੁਣ ਢਿੱਲਾ ਲੱਗ ਰਿਹਾ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਅਸੀਂ ਅਲਬਰਟਾ ਵੀਕਲੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ ਮੇਰੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਸਰ ਅਮਰਜੋਤ ਸਿੰਘ ਹੋਰੀ ਜੋ ਪਿਛਲੇ ਕਈ ਸਾਲਾਂ ਤੋਂ ਐਡਮਿੰਟਨ ਸ਼ਹਿਰ ਵਿੱਚ ਇਮੀਗ੍ਰੇਸ਼ਨ ਦਾ ਕੰਮਕਾਰ ਬਾਖੂਬੀ ਨਿਭਾ ਰਹੇ ਨੇ ਬੜੀ ਵਧੀਆ ਸ਼ਖਸੀਅਤ ਮੇਰੇ ਨਾਲ ਪਹਿਲਾਂ ਰੇਡੀਓ ਪ੍ਰੋਗਰਾਮ ਤੇ ਵੀ ਆਇਆ ਕਰਦੇ ਸੀ ਦੇਸ਼ ਪੰਜਾਬ ਰੇਡੀਓ ਤੇ ਅਕਸਰ ਅੱਜ ਕੱਲ੍ਹ ਵੀ ਜਦ ਕਦੇ ਕੋਈ ਸਵਾਲ ਹੋਵੇ ਤਾਂ ਜ਼ਰੂਰ ਹਾਜ਼ਰੀ ਲਵਾਉਂਦੇ ਆ ਅੱਜ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਓ ਜਰਾ ਚੈਨਲ ਪੰਜਾਬੀ ਦੇ ਉੱਤੇ ਆ ਕੇ ਵੀ ਮੁਲਕ ਭਰ ਵਿੱਚ ਕੀ ਦੂਰ ਦਰੇਡੇ ਜਿੱਥੇ ਤੱਕ ਵੀ ਚੈਨਲ ਪੰਜਾਬੀ ਵੇਖਿਆ ਜਾਂਦਾ ਉੱਥੇ ਬੈਠੇ ਸਾਡੇ ਦਰਸ਼ਕਾਂ ਨੂੰ ਜਿਹੜੀ ਜਾਣਕਾਰੀ ਆ ਸਹੀ ਜਾਣਕਾਰੀ ਦਿੱਤੀ ਜਾਵੇ ਸੋ ਮੈਂ ਜੀ ਆਇਆਂ ਆਖਦਾ ਸਾਂ ਅਮਰਜੋਤ ਸਿੰਘ ਹੋਰਾਂ ਨੂੰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੋਤ ਸਿੰਘ ਜੀ ਕੋਵਿਡ-19 ਕਰਕੇ ਇਮੀਗ੍ਰੇਸ਼ਨ ਤੇ ਕਿਸ ਤਰ੍ਹਾਂ ਦਾ ਅਸਰ ਪਿਆ ਹੈ ਜਨਾਬ ਸੰਗਾ ਸਾਹਿਬ ਕੋਵਿਡ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਨਾ ਕੇਵਲ ਇਮੀਗ੍ਰੇਸ਼ਨ ਬਲਕਿ ਸਾਰੇ ਡਿਪਾਰਟਮੈਂਟ ਸਾਰੇ ਜਿਹੜੇ ਗਵਰਨਮੈਂਟ ਡਿਪਾਰਟਮੈਂਟ ਹਿਲ ਚੁੱਕੇ ਹੈ ਇਹਦੇ ਨਾਲ ਕੋਵਿਡ ਕਰਕੇ ਟਰੈਵਲ ਰੈਸਟ੍ਰਿਕਸ਼ਨ ਲੱਗੀ ਹੋਈ ਹੈ ਜਿਨ੍ਹਾਂ ਕੋਲ ਵੀਜ਼ੇ ਲੱਗੇ ਹੋਏ ਆ ਉਹ ਆ ਨਹੀਂ ਸਕਦੇ ਜਿਨ੍ਹਾਂ ਦੇ ਵੀਜ਼ਾ ਐਪਲੀਕੇਸ਼ਨ ਪੈਂਡਿੰਗ ਹੈ ਉਹਨਾਂ ਦੀ ਵੀਜ਼ਾ ਐਪਲੀਕੇਸ਼ਨ ਅਪਰੂਵ ਨਹੀਂ ਹੋ ਰਹੀ ਸੋ ਕੋਵਿਡ ਕਰਕੇ ਸਾਰਾ ਹੀ ਕੰਮ ਠੱਪ ਹੋਇਆ ਹੈ ਇਨਫੈਕਟ ਕਿ ਜਿੰਨਾ ਸਾਡਾ ਕੋਟਾ ਹੁੰਦਾ ਸੀ ਇੱਥੇ ਸਾਲ ਦਾ ਕੋਟਾ ਅਸੀਂ PR ਐਪਲੀਕੇਸ਼ਨਸ ਕਰਦੇ ਸੀ ਜੀ ਸੋ ਉਹ ਪਿਛਲੇ ਸਾਲ ਇਹ ਮੇਰੇ ਖਿਆਲ ਹੈ ਕਿ ਮੋਰ ਲੈਸ 30% ਤੱਕ ਇਹਦਾ ਘਟ ਗਿਆ ਜਿਹੜੇ ਲੋਕ PR ਆਏ ਆ ਸੋ ਤਾਂ ਹੀ ਕਰਕੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਵੱਡਾ ਧਮਾਕਾ ਹੋਇਆ ਜਿਹੜੇ ਐਕਸਪ੍ਰੈਸ ਐਂਟਰੀ ਦਾ ਕਿ ਵੀ ਸਾਰੇ ਸਟੂਡੈਂਟ ਨੂੰ ਇਕੱਠੇ ਹੀ 27000 ਸਟੂਡੈਂਟਾਂ ਨੂੰ ਜਾਂ ਵਰਕ ਪਰਮਿਟ ਹੋਲਡਰਸ ਨੂੰ ਦੇਤਾ ਇਹਦਾ ਨਤੀਜਾ ਹੈ ਕੋਵਿਡ ਕਰਕੇ ਇਹਦੀ ਭਰਪਾਈ ਕਰਨ ਲਈ ਇਹ ਸਾਰਾ ਕੰਮ ਕੀਤਾ ਹੈ ਕੋਵਿਡ ਨੇ ਸਾਰਾ ਇਮੀਗ੍ਰੇਸ਼ਨ ਦਾ ਕੰਮ ਠੱਪ ਕੀਤਾ ਹੋਇਆ ਸੋ ਇਹਦਾ ਮਤਲਬ ਹੈ ਵੀ ਜਿੰਨੇ ਕਾਰੋਬਾਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਸੀ ਇੱਕ ਕਿਸਮ ਦੇ ਠੱਪ ਹੀ ਪਏ ਜੀ ਗੱਲ ਤਾਂ ਇਹ ਹੈ ਕਿ ਜੋ ਇਮੀਗ੍ਰੇਸ਼ਨ ਲਾਇਰਸ हैं कंसल्टेंट्स हैं वो भी फेस कर रहे हैं कि भी एप्लीकेशन प्रोसेस नहीं हो रही या ਜਿਹੜੀ ਪ੍ਰੋਸੈਸ ਹੋ ਰਹੀ ਹੈ ਅੱਗੇ ਉਹਨਾਂ ਨੂੰ ਵੀਜ਼ਾ ਇਸ਼ੂ ਨਹੀਂ ਕਰ ਰਹੇ ਜਿਹੜੇ ਬਾਹਰ ਵਾਲੇ ਤੇ ਤੁਹਾਡੇ ਸਾਹਮਣੇ ਹੀ ਹੈ ਸਾਰੇ ਆਫ ਕੋਰਸ ਆਲ ਓਵਰ ਦੀ ਕੈਨੇਡਾ ਸਾਰੇ ਇਕਨੋਮੀ ਤੇ ਉਸ ਤਰ੍ਹਾਂ ਹੀ ਡਾਊਨ ਹੈ ਇਮੀਗ੍ਰੇਸ਼ਨ ਸਮੇਤ ਸਾਰੀ ਚੀਜ਼ਾਂ ਅਫੈਕਟਡ ਹੈ ਅਮਰਜੋਤ ਜੀ ਅੱਗੇ ਅਕਸਰ ਗੱਲ ਸੁਣਨ ਚ ਆਉਂਦੀ ਸੀਗੀ ਵੀ ਦੇਖੋ ਜੀ ਜਿਹੜੀ ਕੈਨੇਡਾ ਦੀ ਸਰਕਾਰ ਆ ਇਹ ਇਮੀਗ੍ਰੈਂਟਸ ਤੋਂ ਬਹੁਤ ਪੈਸਾ ਬਣਾਉਂਦੀ ਖਾਸ ਕਰਕੇ ਸਟੂਡੈਂਟਸ ਤੋਂ ਜੀ ਤੇ ਉਹਨਾਂ ਨੂੰ ਕਾਫੀ ਪੈਸਾ ਬਣਦਾ ਹੈਗਾ ਸੋ ਇਸ ਕੋਵਿਡ-19 ਕਰਕੇ ਇਹਦਾ ਮਤਲਬ ਹੈ ਘਾਟਾ ਪਿਆ ਹੋਊਗਾ ਜੀ ਸਰਕਾਰ ਨੂੰ जी काटा तो इस तरह है ना कि एक तो जो तादाद है जो वॉल्यूम ऑफ नंबर्स हैं जो एप्लीकेशन वो घटी हुई हैं एप्लीकेशन को प्रोसेस करने में भी टाइम लग रहा है जिस तरह हुन स्टूडेंट्स वगैरह ने स्टूडेंट के स्पाउसिस हैं होर फैमिली मैंबर्स हैं सारे ये सारे अफेक्टेड हैं क्योंकि ਜਿਹੜੇ ਬਾਹਰ ਦੇ ਵੀਜ਼ਾ ਆਫਿਸਰਸ हैं सारे ਉਹਨਾਂ ਦੀ ਵੀ ਇੱਕ ਕੈਪੈਸਿਟੀ ਘਟੀ ਹੋਈ ਹੈ ਇਨਫੈਕਟ ਪਿਛਲੇ ਸਾਲ ਤੇ ਤੁਸੀਂ ਸ਼ਾਇਦ ਪੜ੍ਹਿਆ ਹੋਣਾ ਅਖਬਾਰਾਂ 'ਚ ਕਿ ਇਮੀਗ੍ਰੇਸ਼ਨ ਮਹਿਕਮਾ ਵੀ ਜੋ ਸਟਾਫ ਹੈ ਉਹ ਵੀ ਮੋਰ ਦੈਨ 50% ਲੇਡ ਆਫ ਹੈ ਵਰਕਿੰਗ ਫਰਮ ਹੋਮ ਹੈ ਤੇ ਇਹਨਾਂ ਦੀ ਜਿਹੜੀ ਉਹ ਇੱਕ ਪ੍ਰੋਸੈਸਿੰਗ ਡਿਲੇ ਵੀ ਚੱਲ ਰਹੀ ਹੈ ਇਸ ਕਰਕੇ ਕੋਈ ਆ ਨਹੀਂ ਰਿਹਾ ਜ਼ਿਆਦਾ ਨਹੀਂ ਆ ਰਿਹਾ ਉਸ ਤਰ੍ਹਾਂ ਤੇ ਜਿਹੜੇ ਐਕਸਪੈਕਟਡ ਹੈ ਉਹ ਆ ਨਹੀਂ ਰਹੇ
ਜਦ ਲੋਕ ਅਪਲਾਈ ਨਹੀਂ ਕਰ ਰਹੇ ਜਾਂ ਉਹਨਾਂ ਦੀ ਪ੍ਰੋਸੈਸਿੰਗ ਪੂਰੀ ਨਹੀਂ ਹੋ ਰਹੀ ਤੇ ਗਵਰਨਮੈਂਟ ਜਿਹੜੇ ਇਮੀਗ੍ਰੇਸ਼ਨ ਨੂੰ ਰੈਵਨਿਊ ਮਿਲਦਾ ਉਹ ਵੀ ਘਟਦਾ ਹੈ। ਬਿਲਕੁਲ। ਫਿਰ ਜਿਹੜੇ ਸਕੂਲ ਐਂਡ ਕਾਲਜਸ ਹੈ ਸਾਰੇ ਜਿਹੜੇ ਕਈ ਯੂਨੀਵਰਸਿਟੀਜ਼ ਇਸ ਤਰ੍ਹਾਂ ਦੇ ਨੇ ਕਿ ਜਿਹੜੇ 30 to 40% ਇੰਟਰਨੈਸ਼ਨਲ ਸਟੂਡੈਂਟ ਰੈਵਨਿਊ ਤੇ ਉਹਨਾਂ ਦੇ ਡਿਪੈਂਡੈਂਟ ਹੈ। ਜੇ ਅਗਰ ਸਟੂਡੈਂਟ ਰੈਵਨਿਊ ਨਹੀਂ ਮਿਲਦਾ ਤੇ ਉਹ ਕਈ ਤੇ ਬੈਂਕਰਪਟ ਵੀ ਹੋ ਸਕਦੇ। ਇਨਫੈਕਟ ਦੇयर इज अ ਯੂਨੀਵਰਸਿਟੀ ਕਾਲ ਲਾਰੈਂਸ਼ੀਅਨ ਯੂਨੀਵਰਸਿਟੀ, ਤੁਸੀਂ ਗੂਗਲ ਤੇ ਚੈੱਕ ਕਰ ਲੈਣਾ। ਲਾਰੈਂਸ਼ੀਅਨ ਯੂਨੀਵਰਸਿਟੀ ਆਈ ਥਿੰਕ ਇਨ ਨਾਰਥ ਇਨ ਓਨਟਾਰੀਓ, ਉਹਨਾਂ ਨੇ ਤੇ ਬੈਂਕਰਪਸੀ ਫਾਈਲ ਕਰਤੀ ਹੈ, ਉਹ ਯੂਨੀਵਰਸਿਟੀ ਹੀ ਬੰਦ ਹੋ ਗਈ। ਸੋ ਇਸ ਤਰ੍ਹਾਂ ਦਾ ਹਾਲਾਤ ਚੱਲ ਰਹੇ ਹਨ। ਇਨਫੈਕਟ ਕਿ ਪਿਛਲੇ ਸਾਲ ਜਦ ਲੋਕਾਂ ਨੇ ਆਣਾ ਬੰਦ ਕਰਤਾ ਸੀ ਕਿਉਂਕਿ ਕੋਵਿਡ ਕਰਕੇ ਟਰੈਵਲ ਲੱਗੀ ਹੋਈ ਸੀ, ਤੇ ਸਰਕਾਰ ਨੇ ਇਸ ਤਰ੍ਹਾਂ ਕਿਹਾ ਕਿ ਵੀ ਤੁਸੀਂ ਸਟੂਡੈਂਟ ਹੋ, ਭਾਵੇਂ ਤੁਸੀਂ ਨਾ ਆਏ ਅਸੀਂ ਤੁਹਾਨੂੰ ਅਲਾਉ ਕਰਦੇ ਹਾਂ, ਤੁਸੀਂ ਘਰ ਬੈਠ ਕੇ ਇੰਡੀਆ ਬੈਠ ਕੇ ਪੜ੍ਹਾਈ ਕਰੋ, ਇੱਥੇ ਤੁਹਾਨੂੰ ਆਉਣ ਦੀ ਲੋੜ ਨਹੀਂ ਹੈ, ਫੀਸ ਪੇ ਕਰੋ ਕਿਉਂਕਿ ਕਾਲਜ ਦਾ ਖਰਚਾ ਚੱਲਣਾ ਹੈ, ਤੇ ਜਸਟ ਸਟੇ ਇਨ ਇੰਡੀਆ ਤੇ ਉੱਥੇ ਜਾ ਕੇ ਕੁਝ ਪੜ੍ਹਾਈ ਕਰ ਰਹੇ। ਇਨਫੈਕਟ ਕਈ ਸਟੂਡੈਂਟਾਂ ਨੂੰ ਇਹ ਵੀ ਇਸ ਤਰ੍ਹਾਂ ਹੈ ਕਿ ਤੁਸੀਂ 50% ਆਪਣੀ ਪੜ੍ਹਾਈ, ਫਰਜ਼ ਕਰੋ 1 ਸਾਲ ਦਾ ਡਿਪਲੋਮਾ ਹੈ, 50% ਪੜ੍ਹਾਈ ਤੁਸੀਂ ਇੰਡੀਆ ਬੈਠ ਕੇ ਕਰ ਸਕਦੇ ਹੋ। ਇਨਫੈਕਟ ਅੱਜ ਕੱਲ੍ਹ ਤੇ ਇਹ ਲਾਸਟ ਜਿਹੜੀ ਅਨਾਊਂਸਮੈਂਟ ਇਹ ਵੀ ਆਈ ਹੈ ਕਿ ਜੇ ਤੁਸੀਂ ਅਗਰ ਪੂਰਾ 100% ਕੋਰਸ ਵੀ ਅਗਰ ਇੰਡੀਆ ਬੈਠੇ ਆਨਲਾਈਨ ਕਰਦੇ ਹੋ, ਤੁਹਾਨੂੰ ਆਉਣ ਦੀ ਲੋੜ ਨਹੀਂ, ਫਿਰ ਵੀ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਹੋ ਜਾਓਗੇ। ਇਹਦੇ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਯੂਨੀਵਰਸਿਟੀਜ਼ ਐਂਡ ਕਾਲਜ ਕਿੰਨੇ ਡੈਸਪਰੇਟ ਹੈ ਇੰਟਰਨੈਸ਼ਨਲ ਸਟੂਡੈਂਟ ਲਈ, ਤੇ ਅਗਰ ਜੇ ਇੰਟਰਨੈਸ਼ਨਲ ਸਟੂਡੈਂਟ ਨਹੀਂ ਆਏਗਾ ਤੇ ਕਈਆਂ ਦੀ ਦੁਕਾਨ ਬੰਦ ਹੋ ਸਕਦੀ ਹੈ। ਇਹ ਤੁਸੀਂ ਜਦੋਂ ਦੁਕਾਨ ਕਿਹਾ ਇਹਦਾ ਮਤਲਬ ਇਹ ਐਜ਼ ਅ ਬਿਜ਼ਨਸ ਦੇ ਤੌਰ ਤੇ ਕੀਤੀ ਜਾ ਰਹੀ ਦੀ ਐਜੂਕੇਸ਼ਨ ਅਲਟੀਮੇਟਲੀ ਇਟਸ ਅ ਬਿਜ਼ਨਸ। ਕੁਝ ਯੂਨੀਵਰਸਿਟੀਜ਼ ਹੈ, ਮੈਂ ਨਾਮ ਨਹੀਂ ਲਿਆਂਗਾ, ਕੁਝ ਯੂਨੀਵਰਸਿਟੀਜ਼ ਹੈ ਜਿਹੜੇ more than 35 to 40% ਉਹਨਾਂ ਦਾ enrollment ਹੈ, they are just foreign students। ਅਗਰ foreign student ਨਹੀਂ ਆਏਗਾ they have to close down the departments, lay off ਹੋ ਜਾਏਗਾ ਸਾਰਾ। ਤੇ ਕੁਦਰਤੀ ਹੈ ਜੀ, ਜੇ ਦੇਖੋ ਇਹਨਾਂ ਇੰਸਟੀਟਿਊਸ਼ਨਸ ਨੂੰ ਇੰਨਾ ਫਰਕ ਪੈ ਰਿਹਾ, ਤੇ ਜਿਹੜੇ ਸਟੂਡੈਂਟਸ ਜਾਂ ਜਿਹੜੇ ਲੋਕ ਉਧਰੋਂ ਆਉਣਾ ਚਾਹੁੰਦੇ ਸੀਗੇ ਤੇ ਉਹਨਾਂ ਤੇ ਇਹ ਜਿਹੜੀਆਂ ਰੋਕਾਂ ਲੱਗੀਆਂ ਉਹਨਾਂ ਨੂੰ ਵੀ ਬੜਾ ਇੱਕ ਕਿਸਮ ਦਾ ਕਹਿ ਲਓ ਵੀ ਨੁਕਸਾਨ ਹੋ ਰਿਹਾ ਜੀ। ਸਰ ਜੀ ਗੱਲ ਤਾਂ ਇਸ ਤਰ੍ਹਾਂ ਹੈ ਨਾ ਕਿ ਜਿਹੜਾ ਇੱਕ नॉन इमिग्रेंट कैटेगरी ऑफ ਜਿਹੜੇ ਵਿਜ਼ਟਰਸ हैं, जिस तरह स्टूडेंट है, वर्क परमिट होल्डर हैं या विजिटर्स हैं, सुपर वीज़ा वाले हैं, ये तो कोई आ ही नहीं सकते इस वक्त क्योंकि ट्रैवल रिस्ट्रिक्शन बॉर्डर ਤੇ लगी हुई है। ट्रैवल रिस्ट्रिक्शन ਤੁਸੀਂ क्रॉस ਕਰਨ ਲਈ ਤੁਸੀਂ ਹਜ਼ਾरों तरीके ਨਾਲ अपना एग्जाम्पशन अप्लाई करोगे, फिर कोविड टेस्ट कराओगे, फलाना करोगे। इनफैक्ट फ्लाइट भी नहीं चल रही, बबल फ्लाइटां चल रही हैं, स्केड्यूल कमर्शियल फ्लाइट भी नहीं है। सो ये सारे बैठे हुए हैं, सारे आस ला के सोच रहे हैं कि भाई कनाडा जाइए, क्योंकि होर कंट्री भी बंद है, ऑस्ट्रेलिया भी बंद है, न्यूजीलैंड बंद है, बाकी अमेरिका उनका सारे हर जगह बंद है। कनाडा की आस उन्होंने लगती है कि भाई ट्रूडो साहब शायद सद्दा दे रहे हैं तो इत्थे चलिए, लेकिन इधर भी काम हुण ढिला लग रहा। ਅੱਛਾ, ਤੇ ਜਿਹੜੀਆਂ ਇਹ ਨਵੀਆਂ ਹੁਣ ਰਿਸਟ੍ਰਿਕਸ਼ਨਸ ਈਵਨ ਲੱਗ ਰਹੀਆਂ ਨੇ, ਜਿਹੜੇ ਫਲਾਈ ਕਰਕੇ ਆਉਣ ਵਾਲੇ ਲੋਕ ਆ ਉਹਨਾਂ ਨਾਲ ਤਾਂ ਹੋਰ ਵੀ ਔਖਾ ਹੋ ਜਾਏਗਾ। ਸਰ ਜੀ ਇਸ ਤਰ੍ਹਾਂ ਹੈ ਸਿੰਘਾ ਸਾਹਿਬ, ਕਿਉਂਕਿ ਹਰੇਕ ਚੀਜ਼ ਇਹ ਤੇ ਕੋਵਿਡ ਕਰਕੇ ਨਾ ਅੱਜ ਕੱਲ੍ਹ ਵੀ ਖਬਰਾਂ ਚੱਲ ਰਹੀ, ਤੁਸੀਂ ਪੜ੍ਹਦੇ ਹੋਗੇ ਕਿ ਜਿਹੜਾ ਵੇਰੀਐਂਟ ਆ ਗਿਆ, ਮਤਲਬ ਕਿ ਹੁਣ ਕੋਈ ਵੱਖਰੇ ਤਰ੍ਹਾਂ ਦਾ ਕੋਈ ਆ ਗਿਆ ਜੀ, ਹੁਣ 3rd ਵੇਵ ਚਾਲੂ ਹੋ ਜਾਏਗੀ ਮਾਰਚ ਅਪ੍ਰੈਲ ਕਰਕੇ, ਤੇ ਸਰਕਾਰ ਵੀ ਚਿੰਤਿਤ ਹੈ ਕਿ ਵੀ ਹੋਣਾ ਕੀ ਹੈ, ਕਿਸ ਤਰ੍ਹਾਂ ਆਏਗਾ, ਤੇ ਇਹ ਟਰੈਵਲ ਰੈਸਟ੍ਰਿਕਸ਼ਨ ਇਹ ਕੰਟੀਨਿਊ ਰਹੇਗੀ ਫॉर ਸਮ ਟਾਈਮ। ਉਹਨੂੰ ਡਿਸਕਰੇਜ ਕਰਨ ਲਈ ਜਿਹੜੇ ਲੋਕ ਆਲਰੇਡੀ ਗਏ ਹੋਏ ਆ ਬਾਹਰ, ਜਾਂ ਕੈਨੇਡੀਅਨ ਸਿਟੀਜ਼ਨ ਹੈ ਜਾਂ PR ਹੈ, ਜਾਂ ਈਵਨ ਜਿਨ੍ਹਾਂ ਨੇ ਉਸ ਤਰ੍ਹਾਂ ਹੀ ਸਟੂਡੈਂਟ ਬੇਸ ਤੇ ਆਉਣਾ ਹੈ ਜਾਂ ਵਰਕ ਪਰਮਿਟ ਤੇ ਆਉਣਾ ਹੈ, ਕਿਸ ਤਰ੍ਹਾਂ ਵੀ ਆਉਣਾ ਹੈ, ਅਗਰ ਜੇ ਤੁਸੀਂ ਐਂਟਰੀ ਕਰੋਗੇ, ਸਰਕਾਰ ਕਹਿ ਰਹੀ ਕਿ ਜੇ ਤੁਸੀਂ ਆਉਣਾ ਹੈ ਤੇ ਵੀ ਆਪਣੇ ਆਪ ਨੂੰ ਪੈਸੇ ਤਿਆਰ ਰੱਖੋ, ਕਿਉਂਕਿ $2000 ਅਸੀਂ ਲਿਆਂਗੇ ਪਰ ਮੈਂਬਰ, ਬਾਏ ਦ ਵੇ ਫੈਮਿਲੀ ਮੈਂਬਰ, ਹਸਬੈਂਡ ਵਾਈਫ ਐਂਡ ਪਰ ਮੈਂਬਰ। ਹੋਟਲ ਦਾ ਮੈਂਡੇਟੋਰੀ ਸਟੇ ਕਰਾਂਗੇ ਤੇ ਉਹਦੇ ਬਾਅਦ ਜੇ ਕਲੀਅਰ ਹੋ ਗਏ ਤਾਂ ਤੁਸੀਂ ਅੰਦਰ ਆ ਸਕਦੇ ਹੋ। ਇਨਫੈਕਟ ਦ ਮੈਸੇਜ ਇਜ਼ ਕਿ ਅਗਰ ਨਹੀਂ ਜਾਣਾ ਕੈਨੇਡਾ ਤੋਂ ਸਫਰ ਨਹੀਂ ਕਰਨਾ, ਕਿਉਂਕਿ ਮੁੜ ਕੇ ਆਓਗੇ ਫਿਰ ਉਹ $2000 ਦੀ ਚਪਤ ਲੱਗ ਜਾਏਗੀ। ਸੋ ਅਗਰ ਨਹੀਂ ਜਾਣਾ ਤਾਂ ਸਟੇ ਹੀਅਰ, ਡੋਂਟ ਕਮ। ਜਿਹੜੇ ਬਾਹਰ ਬੈਠੇ ਆ ਪਲੀਜ਼ ਡੋਂਟ ਕਮ, ਸਟੇ ਦੇयर। ਗੱਲ ਤੇ ਹੈ ਕਿ ਵੀ ਜਿਹੜੇ ਬਾਹਰ ਬੈਠੇ ਆ ਯੂ ਸਟੇ ਦੇयर, ਜਿਹੜੇ ਅੰਦਰ ਬੈਠੇ ਆ ਜਾਓ ਨਾ ਬਾਹਰ। ਗੱਲ ਇਹ ਹੈ। ਉਹ ਗੱਲ ਇੱਦਾਂ ਜੀ ਵੀ ਜੇ ਤੁਸੀਂ ਅੱਗੇ ਦੱਸਿਆ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਘਾਟਾ ਪੈ ਰਿਹਾ, ਤੇ ਉਧਰ ਮੈਨੂੰ ਲੱਗਦਾ ਹੋਟਲ ਇੰਡਸਟਰੀ ਨੂੰ ਵੀ ਕਾਫੀ ਫਰਕ ਪਿਆ ਆ। ਜੀ ਹੋਟਲ ਇੰਡਸਟਰੀ ਵੀ ਆਕੂਪੈਂਸੀ ਲਈ ਉਹ ਮਾਰ ਚੱਲ ਰਹੇ ਹੈ ਕਿ ਵੀ ਸਾਡੇ ਕੋਲ ਕੋਈ ਰਹਿ ਨਹੀਂ ਰਿਹਾ, ਤੇ ਹੋ ਸਕਦਾ ਕਿ ਆਪਸ 'ਚ ਇਹਨਾਂ ਦੀ ਕੋਈ ਸੈਟਿੰਗ ਹੋਏ। ਸੈਟਿੰਗ ਮਤਲਬ ਕਿ ਆਪਸ ਅੰਡਰਸਟੈਂਡਿੰਗ ਹੋਏਗੀ ਕਿ ਵੀ ਐਟਲੀਸਟ ਜਿਹੜਾ ਤੁਸੀਂ ਬੁਲਾ ਰਹੇ ਹੋ, ਤੇ ਜਿਹੜੇ ਸਪੈਸ਼ਲੀ ਜਿਹੜੇ 에ਅਰਪੋਰਟ ਦੇ ਕੋਲ ਜਿਹੜੇ ਹੋਟਲ ਨੇ, ਐਟਲੀਸਟ ਉੱਥੇ ਜਾ ਕੇ ਉਹਨਾਂ ਦਾ ਕੁਝ ਹੋਏਗਾ। ਪਰ ਇਸ ਤਰ੍ਹਾਂ ਹੋਟਲ ਦਾ ਵੀ ਕੰਮ ਚੱਲੇਗਾ, ਨਾਲ ਉਹ ਸਿਕਿਉਰਿਟੀ ਏਜੰਸੀ ਦਾ ਵੀ ਕੰਮ ਚੱਲੇਗਾ, ਕਿਉਂਕਿ ਸਿਕਿਉਰਿਟੀ ਗਾਰਡ ਰੱਖਣੇ ਉਹਨਾਂ ਨੂੰ ਮੋਨੀਟਰ ਕਰਨ ਲਈ। ਫਿਰ ਜਿਹੜੇ ਫੂਡ ਡਿਲੀਵਰੀ ਕਰਦੇ ਜੀ, ਹੈਲਥ ਵਾਲੇ ਆ, ਜਿਹੜੇ ਫੂਡ ਡਿਲੀਵਰੀ ਕਰਨੀ ਉਹਨਾਂ ਦੇ ਰੋਟੀ ਪਾਣੀ ਦੇਣੀ, ਉਹਦਾ ਵੀ ਖਰਚਾ ਚੱਲੇਗਾ। ਸੋ ਅਲਟੀਮੇਟਲੀ ਇੱਕ ਕੋਵਿਡ ਕਰਕੇ ਮਤਲਬ ਇਹ ਸਾਰਾ ਚੱਕਰ ਮਾਇਆ ਜਾਲ ਉੱਥੋਂ ਕੋਵਿਡ ਤੋਂ ਹੀ ਚੱਲ ਰਿਹਾ। ਇਹ ਜਿਹੜਾ ਜੀ ਉਹਨਾਂ ਨੇ ਉਹ $2000 ਵਾਲੀ ਗੱਲ ਕਹੀ ਨਾ ਵੀ $2000 ਦਾ ਖਰਚਾ ਹੋਏਗਾ ਪਰ ਪਰਸਨ,
ਉਹਦੇ ਤੇ ਮੇਰੇ ਖਿਆਲ ਇੱਕ ਟੋਰਾਂਟੋ ਦੇ ਵਿੱਚ ਆਰਗੇਨਾਈਜੇਸ਼ਨ ਹੈਗੀ ਆ ਜੀ, ਜਸਟਿਸ ਸੈਂਟਰ ਉਹਦਾ ਨਾਂ ਆ ਜੀ। ਉਹਨਾਂ ਨੇ ਸ਼ਾਇਦ ਗਵਰਨਮੈਂਟ ਨੂੰ ਅੰਡਰ ਦਾ ਚਾਰਟਰ ਆਫ ਰਾਈਟਸ ਦੇ ਥੱਲੇ ਉਹਨਾਂ ਨੂੰ ਸੂ ਕਰ ਦਿੱਤਾ ਜੀ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਜੀ। ਹੁਣ ਦੇਖੋ ਕੀ ਬਣਦਾ। ਇੱਕ ਪਾਸੇ ਤਾਂ ਦੇਸ਼ ਨੂੰ ਸੁਰੱਖਿਅਤ ਰੱਖਣ ਦੀ ਵੀ ਗੱਲ ਆ, ਦੂਸਰੇ ਪਾਸੇ ਖਰਚੇ ਨੂੰ ਲੈ ਕੇ ਲੋਕ ਕਹਿੰਦੇ ਵੀ ਉਹ ਮਤਲਬ ਉਹਨਾਂ ਦੀ ਆਪਣੀ ਚੋਇਸ ਹੋਣੀ ਚਾਹੀਦੀ, ਜਾਂ ਘਰ ਜਾ ਕੇ ਅਗਲੇ ਕੁਆਰੰਟੀਨ ਕਰ ਲੈਣ ਰਾਦਰ ਦੈਨ ਕਿ ਉਹਨਾਂ ਨੂੰ ਤੁਸੀਂ ਹੋਟਲ 'ਚ ਰੱਖੋ। ਜੀ 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 ਜੀ। ਖੈਰ ਇਹਦੇ ਲਈ ਵੈਸੇ ਉਹਦਾ 에ਅਰਪੋਰਟ ਕਿਹੜੇ ਯੂਜ਼ ਕੀਤੇ ਜਾ ਰਹੇ ਜੀ? 4 에ਅਰਪੋਰਟ ਇਹਨਾਂ ਨੇ ਐਕਚੁਅਲੀ ਸ਼ਾਰਟਲਿਸਟ ਕੀਤੀ ਹੈ, ਜਿਹੜੇ ਮੇਜਰ ਮੈਜੋਰਿਟੀ ਆਫ 60 to 70% ਜਿਹੜੀ ਇੰਟਰਨੈਸ਼ਨਲ ਫਲਾਈਟਸ ਹੈ 4 에ਅਰਪੋਰਟ ਹੀ ਉਤਰਦੀ ਹੈ, ਵੈਨਕੂਵਰ, ਕੈਲਗਰੀ, ਮੌਂਟਰੀਅਲ ਐਂਡ ਟੋਰਾਂਟੋ। ਸੋ ਉਹੀ ਉਹਨਾਂ ਨੇ ਇਸ ਤਰ੍ਹਾਂ 4 에ਅਰਪੋਰਟ ਬਸ ਫਿਕਸ ਕੀਤੇ ਕਿ ਵੀ ਜੇ ਤੁਸੀਂ ਆਉਣਾ ਇੰਟਰਨੈਸ਼ਨਲ ਤੋਂ ਤੇ ਏਸੀ ਆਓ। ਇਨਫੈਕਟ ਇਫ ਯੂ ਲੁੱਕ ਐਟ ਜਿਹੜੇ ਕਰੀਬਨ ਜਿਹੜੇ ਕੰਟਰੀਜ਼ ਹੈ ਜਿੱਥੇ ਕਾਫੀ ਸਨੋਬਰਡਸ ਵਾਲੇ ਜਿਹੜੇ ਵੈਕੇਸ਼ਨ ਲਈ ਜਾਂਦੇ, ਵੈਸਟ ਇੰਡੀਜ਼ ਵਗੈਰਾ, ਇਹ ਸਾਰੇ ਇਹਨਾਂ ਦਾ ਇਸ ਤਰ੍ਹਾਂ ਹੈ ਕਿ ਛੋਟੇ 에ਅਰਪੋਰਟ ਤੋਂ ਵੀ ਟਰੈਵਲ ਕਰ ਸਕਦੇ ਸੀ ਤੇ ਉਹਨਾਂ ਨੇ ਮੁੜ ਕੇ ਆਉਣਾ ਤੇ ਉੱਥੇ ਆਉਣਾ, ਤਾਂ ਕਰਕੇ ਇਹਨਾਂ ਨੇ ਉਹਨੂੰ ਵੀ ਇਹ ਬਲੌਕ ਕਰਤਾ ਕਿ ਵੀ ਇਹ ਛੋਟੇ ਛੋਟੇ ਕੰਟਰੀ ਜੇ ਤੁਸੀਂ ਵੈਕੇਸ਼ਨ ਲਈ ਸੋਚ ਰਹੇ ਹੋ ਉਹ ਵੀ ਨਾ ਜਾਓ। ਉਹ ਵੀ ਮੇਰਾ ਖਿਆਲ ਜੀ ਜਿਹੜੇ ਲੋਕ ਆਲਰੇਡੀ ਗਏ ਆ ਨਾ, ਹਾਂਜੀ ਹਾਂਜੀ, ਉਹ ਜਿਨ੍ਹਾਂ ਦੀ ਆਉਣ ਦੀ ਤਰੀਕ ਜਦੋਂ ਉਹ ਵੀ ਫਸੇ, ਉਹਨਾਂ ਨੇ ਵੀ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ। ਉਹ ਕਹਿੰਦੇ ਵੀ ਜਿੱਦਣ ਅਸੀਂ ਇੱਥੋਂ ਗਏ ਆ ਉਦਣ ਤਾਂ ਇਹ ਕੰਡੀਸ਼ਨਸ ਨਹੀਂ ਸੀ ਹੈ, ਹੁਣ ਤੁਸੀਂ ਸਾਡੇ ਤੋਂ ਬਾਅਦ ਦੇ ਵਿੱਚ ਉਹ ਕੰਡੀਸ਼ਨਸ ਲਾ ਰਹੇ ਆ ਵੀ ਸਾਡੇ ਕੋਲ ਉਹਨੇ ਪੈਸੇ ਨਹੀਂ ਹੈ। ਬਿਲਕੁਲ। ਸੋ ਆਈ ਥਿੰਕ ਸਰਕਾਰ ਨੂੰ ਇਹਦੇ ਵਿੱਚ ਕਾਫੀ ਮੈਨੂੰ ਲੱਗਦਾ ਜੀ ਵੀ ਚੱਕਰ ਪੈ ਰਿਹਾ। ਇਨਫੈਕਟ ਅਗਰ ਤੁਸੀਂ ਨੋਟ ਕੀਤਾ ਹੋਣਾ ਕਿ ਜੋ ਸਾਡੀ ਜਿਹੜੀ ਛੋਟੀ ਛੋਟੀ 에ਅਰਲਾਈਨਸ ਹੈ ਨਾ, ਰੀਜਨਲ 에ਅਰਲਾਈਨਸ ਜਿਹੜੀ ਕੈਰੀਬੀਅਨ ਨੂੰ ਵੈਕੇਸ਼ਨ ਕਰਦੀ ਤੇ ਉਹ ਤੇ ਜਾ ਨਹੀਂ ਰਹੀ, ਪਰ ਕੈਨੇਡੀਅਨਸ ਕੈਨ ਗੋ ਟੂ ਅਮਰੀਕਾ ਵਾਲੇ ਉਹ ਫਲਾਈਟ ਲੈ ਕੇ ਉੱਥੋਂ ਫਲੋਰੀਡਾ ਤੋਂ ਉਹ ਭੇਜ ਰਹੇ ਆ, ਉਹ ਬਿਜ਼ਨਸ ਚੱਕ ਰਹੇ ਸਾਰਾ। ਅੱਛਾ, ਫਿਰ ਸਟੂਡੈਂਟਸ ਦਾ ਕਿਸ ਤਰ੍ਹਾਂ ਦਾ ਰੁਝਾਨ ਰਹਿ ਗਿਆ ਜੀ? ਜੇ ਉਹਨਾਂ ਦੇ ਇਸ ਤਰ੍ਹਾਂ ਹੀ ਇਹ ਕਿਹਾ ਜਾ ਰਿਹਾ ਵੀ ਤੁਸੀਂ ਇੱਥੋਂ ਬੈਠੇ 12 ਘੰਟਿਆਂ ਦਾ ਫਰਕ ਹੈਗਾ ਜੀ ਟਾਈਮ ਦਾ, ਤੇ ਉਹ ਕਿਵੇਂ ਮਤਲਬ ਆਨਲਾਈਨ ਪੜ੍ਹਾਈ ਕਿਵੇਂ ਕਰਦੇ ਆ? ਇੱਥੇ ਕੋਈ ਇੰਸਟ੍ਰਕਟਰ ਹੁੰਦਾ ਉਹਨਾਂ ਦਾ, ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਸਰ ਜੀ ਇਸ ਤਰ੍ਹਾਂ ਹੈ, ਇਹ ਸਾਰਾ ਟੈਕਨੋਲੋਜੀ ਇੰਨਾ ਕੰਟਰੋਲ ਕਰ ਰਹੀ ਹੈ। ਦੇਖੋ ਜੇ ਸਟੂਡੈਂਟ ਨੂੰ ਜਿਹੜਾ ਪੰਜਾਬ ਬੈਠਾ ਹੈ ਜਾਂ ਕੋਈ ਵੀ ਕੰਟਰੀ ਬੈਠਾ ਹੈ, ਉਹਨਾਂ ਨੂੰ ਅਗਰ ਜੇ ਕੈਨੇਡਾ ਦਾ ਇੱਕ ਚਾਹ ਹੈ ਕਿ ਵੀ ਕੈਨੇਡਾ ਜਾਣਾ ਹੈ, ਉਹਦੇ ਲਈ ਅਗਰ ਰਾਤ ਜਾ ਕੇ ਅਗਰ ਪੜ੍ਹਾਈ ਕਰਨੀ ਹੈ ਸੋ ਵਾਟ ਦੇ ਵਿਲ ਡੂ ਇਟ। ਉਹਨਾਂ ਨੂੰ ਕੋਈ ਫਰਕ ਨਹੀਂ, ਉਹਨਾਂ ਨੂੰ ਪਤਾ ਹੈ ਵੀ ਕੈਨੇਡਾ ਤੋਂ ਪੜ੍ਹਾਈ ਚੱਲ ਰਹੀ ਹੈ, ਕੈਨੇਡਾ ਤੋਂ ਕੋਈ ਬੋਲ ਰਿਹਾ ਜੀ, ਇੰਗਲਿਸ਼ ਬੋਲ ਰਿਹਾ ਕਰ ਰਹੇ ਜੀ, ਸਾਡੀ ਪੜ੍ਹਾਈ ਚੱਲ ਰਹੀ ਹੈ, ਦੈਟਸ ਆਲ ਇਟ ਇਜ਼। ਆਸ ਉਹਨਾਂ ਦੀ ਇਹ ਹੈ ਕਿ ਜਦ ਇਹ ਸਾਰਾ ਕਲੀਅਰ ਹੋਏਗਾ ਤੇ ਸਾਨੂੰ ਜਾਣ ਦਾ ਮੌਕਾ ਮਿਲੇਗਾ ਤੇ ਇਸ ਚੀਜ਼ ਨੂੰ ਲੈ ਕੇ ਅਸੀਂ ਵਰਕ ਪਰਮਿਟ ਵੀ ਲਿਆਂਗੇ ਤੇ ਨਾਲ ਕੈਨੇਡਾ ਜਾ ਕੇ ਪੱਕੇ ਵੀ ਹੋਵਾਂਗੇ। ਗੱਲ ਤਾਂ ਇਹ ਹੈ ਕਿ ਇਹ ਸਾਰੀ ਕੁਰਬਾਨੀ ਹੈ ਜੀ, ਰਾਤ ਨੂੰ ਜਾਗਣਾ ਸਾਰਾ ਇਹ ਕੈਨੇਡਾ ਦੀ ਖਾਤਰ ਹੈ, ਹੋਰ ਕੁਝ ਨਹੀਂ। ਕਿਉਂਕਿ ਮੈਂ ਇਹ ਵੀ ਨਿਊਜ਼ ਦੇ ਵਿੱਚ ਆਇਆ ਸੀ ਵੀ ਜਿਹੜੇ ਯੂਨੀਵਰਸਿਟੀ ਵਾਲੇ ਸਟੂਡੈਂਟ ਹੈਗੇ ਆ, ਕੋਈ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਚੰਗਾ ਤੁਸੀਂ ਉੱਥੇ ਰਹਿ ਕੇ ਪੜ੍ਹੋ, ਤੇ ਉਹ ਕਹਿ ਰਹੇ ਸੀ ਵੀ ਉਹ ਬੜੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਜੇ ਇਸ ਤਰ੍ਹਾਂ ਦਾ ਉੱਥੇ ਮਾਹੌਲ ਆ, ਦਿਨ ਰਾਤ ਦਾ ਫਰਕ ਹੋਣ ਕਾਰਨ, ਇੱਥੇ ਜੇ ਦਿਨ ਆ ਤਾਂ ਉੱਥੇ ਰਾਤ ਆ, ਤੇ ਉਹਦੇ 'ਚ ਉਹ ਕਹਿੰਦੇ ਜੀ ਵੀ ਪੜ੍ਹਾਈ ਕਰਨੀ ਬੜੀ ਔਖੀ ਆ, ਇਟਸ ਵੈਰੀ ਟਫ। ਔਖੀ ਤੇ ਹੈ, ਪਰ ਜੇ ਕੈਨੇਡਾ ਦਾ ਸੁਪਨਾ ਸੰਜੋ ਕੇ ਤੁਸੀਂ ਐਪਲੀਕੇਸ਼ਨ ਪਾਈ ਹੈ ਤੇ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ। ਦੂਸਰਾ ਉਹਨਾਂ ਨੂੰ ਇਹ ਵੀ ਲਾਲਚ ਹੈ ਕਿ ਵੀ ਜਿੰਨੀ ਪੜ੍ਹਾਈ ਕਰਨੀ ਹੈ ਕਰ ਲਓ, ਕਿਉਂਕਿ ਇਹਦਾ ਕ੍ਰੈਡਿਟ ਤੁਹਾਨੂੰ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਚ ਮਿਲ ਜਾਣਾ ਹੈ। ਇਨਫੈਕਟ ਟੂ ਦ ਐਕਸਟੈਂਟ ਅੱਜ ਕੱਲ੍ਹ ਹਾਲਾਤ ਇਹ ਹੈ ਕਿ ਵੀ ਤੁਸੀਂ ਅਗਰ ਜੇ ਸਟੱਡੀ ਵੀਜ਼ਾ ਐਪਲੀਕੇਸ਼ਨ ਅਗਰ ਅਪਲਾਈ ਕੀਤੀ ਹੋਈ ਹੈ ਨਿਊ ਦਿੱਲੀ ਹਾਈ ਕਮਿਸ਼ਨ, ਤੁਹਾਡਾ ਵੀਜ਼ਾ ਭਾਵੇਂ ਲੱਗਿਆ ਵੀ ਨਹੀਂ ਹੈ, ਤੁਸੀਂ ਪੜ੍ਹਾਈ ਕਰਨਾ ਪਹਿਲਾਂ ਹੀ ਸ਼ੁਰੂ ਕਰ ਦਿਓ। ਕਾਲਜ ਕਹਿੰਦੇ ਅਸੀਂ ਤਾਂ ਪੜ੍ਹਾਈ ਸ਼ੁਰੂ ਕਰ ਦਿੱਤੀ, ਤੁਸੀਂ ਵੀਜ਼ਾ ਭਾਵੇਂ ਆਏ ਨਾ ਆਏ ਤੁਸੀਂ ਕਰਦੇ ਰਹੋ। ਉਹਦੀ ਵਜ੍ਹਾ ਇਹ ਹੈ ਕਿ ਕਾਲਜਾਂ ਨੂੰ ਤੁਹਾਡੇ ਪੈਸੇ ਨਾਲ ਪਿਆਰ ਹੈ, ਟਿਊਸ਼ਨ ਤੁਹਾਡੀ ਮਨੀ ਚਾਹੀਦੀ ਹੈ ਉਹਨਾਂ ਨੂੰ। ਟਿਊਸ਼ਨ ਮਨੀ ਮਤਲਬ ਕਿ ਤੁਸੀਂ ਅਗਰ ਸਾਲ ਦਾ $20,000 ਜਾਂ ਪਲੱਸ ਵਟਐਵਰ ਜੋ ਵੀ ਕਾਲਜ ਦੀ ਫੀਸ ਹੈ, ਯੂਨੀਵਰਸਿਟੀ ਫੀਸ ਹੈ ਜਮ੍ਹਾਂ ਕਰਤੀ, ਤੇ ਕੁਛ ਨਾ ਕੁਛ ਜਸਟੀਫਾਈ ਕਰਨੀ, ਕੁਛ ਨਾ ਕੁਛ ਇੰਸਟਰਕਸ਼ਨ ਤਾਂ ਉਹਨਾਂ ਨੂੰ ਕਰਾਉਣਾ ਹੀ ਪੈਣਾ। ਠੀਕ, ਮਤਲਬ ਉਹ ਇੱਕ ਪੋਜ਼ਿਟਿਵ ਸਟੈਪ ਹੋ ਸਕਦਾ ਗਾਹਾਂ ਵੀਜ਼ਾ ਲੈਣ ਲਈ, ਉੱਥੇ ਕੋਈ ਪ੍ਰੋਬਲਮ ਕੋਈ ਜ਼ਰੂਰੀ ਨਹੀਂ ਹੈ। ਇਨਫੈਕਟ ਕਈ ਇਸ ਤਰ੍ਹਾਂ ਦੇ ਗੂਗਲ ਵਾਲਾ ਤੇ ਜਾਂ ਫੇਸਬੁੱਕ ਤੇ ਲੋਕਾਂ ਨੇ ਗਰੁੱਪ ਬਣਾਏ ਹੋਏ ਹੈ ਕਿ ਪਹਿਲਾਂ ਇਸ ਤਰ੍ਹਾਂ ਪਿਛਲੇ ਸਾਲ ਇਹ ਸ਼ੁਰੂ ਹੋਇਆ ਕਿ 2 ਸਟੇਜ ਤੋਂ ਮਿਲਦਾ ਹੈ ਵੀਜ਼ਾ, ਸਟੱਡੀ ਵੀਜ਼ਾ। ਇੱਕ ਹੁੰਦਾ ਹੈ ਅਪਰੂਵਲ ਇਨ ਪ੍ਰਿੰਸੀਪਲ ਕਿ ਭਈ ਅਸੀਂ ਤੁਹਾਨੂੰ ਅਪਰੂਵ ਕਰਤਾ, ਤੁਸੀਂ ਪੜ੍ਹਾਈ ਸ਼ੁਰੂ ਕਰ ਲਓ, ਫਿਰ ਅਗਲੀ ਸਟੇਜ ਫਿਰ ਅਸੀਂ ਚੈੱਕ ਕਰਾਂਗੇ ਤੁਹਾਡੀ ਇਨਐਡਮਿਸਿਬਿਲਿਟੀ, ਮੈਡੀਕਲ ਜਾਂ ਅਦਰ ਡਾਕੂਮੈਂਟ ਸਮਥਿੰਗ। ਤੇ ਕਈ ਸਟੂਡੈਂਟਾਂ ਨੂੰ, ਇਨਫੈਕਟ ਹਜ਼ਾਰਾਂ ਦੇ ਸਟੂਡੈਂਟ ਦਾ ਗਰੁੱਪ ਬਣਿਆ ਹੋਇਆ ਹੈ, ਕਈ ਸਟੂਡੈਂਟਾਂ ਨੂੰ ਸੈਕੰਡ ਸਟੇਜ ਵਿੱਚ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ। ਦੈਟ ਮੀਨਸ ਕਿ ਉਹਨਾਂ ਦੀ ਪਹਿਲੀ ਪੜ੍ਹਾਈ ਹੋ ਗਈ, ਜੇ ਫੀਸ ਚਲੀ ਗਈ ਜਾਂ ਵਟਐਵਰ ਹੋ ਗਈ, ਉਹਦੇ ਬਾਅਦ ਉਹਨਾਂ ਦਾ ਖੇਲ ਖਤਮ ਹੋ ਗਿਆ ਤੇ ਅਗਲਾ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ। ਅੱਛਾ ਅਮਰਜੋਤ ਜੀ, ਅੱਗੇ ਤੁਹਾਨੂੰ ਯਾਦ ਹੋਣਾ ਵੀ ਲੋਕੀ ਨਾ ਕਈ ਵਾਰੀ ਇੱਦਾਂ ਸੋਚਦੇ ਸੀ ਵੀ ਯਾਰ ਫਲਾਣੇ ਸੂਬੇ ਦੇ ਵਿੱਚ ਚੱਲੀਏ, ਉੱਥੇ ਪੱਕੇ ਹੋਣ ਵਾਲਾ ਕੰਮਕਾਰ ਸੌਖਾ ਆ, ਜਾਂ ਜਿਹੜੇ ਵੀ ਉੱਥੋਂ ਦੀਆਂ ਕੰਡੀਸ਼ਨਸ ਲਾਈਆਂ ਹੁੰਦੀਆਂ ਸੂਬਿਆਂ ਨੇ। ਹੁਣ ਹੈ ਕੋਈ ਇੱਦਾਂ ਦਾ ਰੁਝਾਨ ਜੀ ਵੀ ਕਿਹੜਾ ਪਰਟੀਕੂਲਰ ਕੋਈ ਸੂਬਾ ਹੈ ਇੱਦਾਂ?
ਨਹੀਂ ਜਿਹੜੀ ਜਿਹੜੀ ਕੋਵਿਡ ਦੀ ਮਾਰ ਹੈ ਨਾ ਸਾਰੇ ਸੂਬੇ ਤੇ ਬਰਾਬਰ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਵੀ ਇਸ ਸੂਬੇ ਵਿੱਚ ਤੁਹਾਡਾ ਕੰਮ ਵਧੀਆ ਜਾਂ ਫਾਸਟ ਹੋ ਜਾਏਗਾ। ਜੋ ਇੱਕ ਜਿਹੜਾ ਸਪੈਸ਼ਲੀ ਸਟੂਡੈਂਟ ਅਗਰ ਜੇ ਸੂਬੇ ਤੋਂ ਨਿਕਲ ਕੇ ਪੜ੍ਹਾਈ ਕਰਕੇ ਉੱਥੇ ਅਗਰ ਕੰਮ ਕਰਦਾ ਹੈ ਤਾਂ ਉਹਦੇ PNP ਦੇ ਪੁਆਇੰਟਸ ਉੱਥੋਂ ਹੀ ਵੱਧ ਬਣਦੇ ਆ, ਐਕਸੈਪਟ ਇਨ ਓਨਟਾਰੀਓ, ਡਿਪੈਂਡਿੰਗ ਔਨ ਕਿ ਵੀ ਤੁਸੀਂ ਕਿਸ ਲੈਵਲ ਦੀ ਪੜ੍ਹਾਈ ਕਰ ਰਹੇ ਹੋ। ਸੋ ਇਸ ਕਰਕੇ ਬਾਕੀ ਕੋਈ ਜ਼ਿਆਦਾ ਵੇਰੀਏਸ਼ਨ ਨਹੀਂ ਹੈ ਕਿ ਵੀ ਇਸ अगर मैं अल्बर्टा पढ़ाई करके भी जी मैं नोवा स्कोशिया के छेती पक्का हो जाऊंगा, इस तरह नहीं है। अनलेस यू हैव दोज पॉइंट्स कि अगर ਤੁਹਾਡੇ ਕੋਲ ਪਹਿਲਾਂ ਬਹੁਤ ਆਲਰੇਡੀ ਐਕਸਪੀਰੀਅੰਸ ਹੈ, ਬਾਹਰ ਦਾ ਐਕਸਪੀਰੀਅੰਸ ਤਾਂ ਹੋ ਜਾਓਗੇ। ਬਾਕੀ ਦੇयर इज नॉट मच ऑफ अ डिफरेंस इन बिग ऑल द प्रोविंसेस। ਕਿਉਂਕਿ ਅੱਗੇ ਕਈ ਮੈਨੂੰ ਪਤਾ ਜੀ ਵੀ ਉਧਰੋਂ ontario ਵੱਲੋਂ ਉਧਰੋਂ ਲਈਆਂ ਸੀ ਲੋਕਾਂ ਨੇ ਕੀ ਕਹਿੰਦੇ LMI ਵਗੈਰਾ, ਪਰ ਉਹ ਸ਼ਿਫਟ ਹੋ ਕੇ ਇੱਧਰ ਅਲਬਰਟਾ ਲਾ ਰਹੇ ਸੀ ਜਦੋਂ ਇੱਥੇ EMPLOYMENT ਵਗੈਰਾ ਠੀਕ ਸੀਗੀ, ਵਧੀਆ ਸੀ ਜੀ। ਉਹ ਕਰੀਬ ਮੇਰੇ ਖਿਆਲ 2-3 ਸਾਲ ਪਹਿਲਾਂ ਹੁੰਦਾ ਸੀ ਇਸ ਤਰ੍ਹਾਂ ਕਿ ਓਨਟਾਰੀਓ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਰੀਬ 80,000 90,000 ਸਟੂਡੈਂਟ ਇੰਡੀਅਨ ਸਟੂਡੈਂਟ ਹਰ ਇੱਕ ਸਾਲ ਉਤਰਦਾ ਹੈ ਜਿਹੜਾ ओंटारियो है, जस्ट इन ओंटारियो ओनली। सो क्योंकि बहुत सारे स्टूडेंट ने सारे डिप्लोमा कर रहे हैं, सर्टिफिकेट कर रहे हैं, बहुत ऊंची कोई मास्टर डिग्री PhD तो करते नहीं है, इस करके उन्होंने फिर वो स्किल जॉब मिलना औखा होता सी। दैट्स वाई दे वर कमिंग टू एल्बर्टा एंड अदर प्लेसेस जिथे भी जॉब मिलती सी करते। लेकिन हुण अल्बर्टा ने भी कम चकता, हुण अल्बर्टा ने भी इस तरह जो अनादा जिहड़ा एल्बर्टा अपॉर्चुनिटी स्ट्रीम है उत्थे इन्होंने करता जी, वो जिहड़ा पोस्ट ग्रेजुएट वर्क परमिट ते है जिहड़ा एल्बर्टा तो ही पास करके आएगा तां ही वो अप्लाई कर सकता, अदरवाइज नहीं कर सकता। ਕਿਉਂਕਿ EMPLOYMENT ਦੀ ਸਿਚੁਏਸ਼ਨ ਨਾ ਠੀਕ ਹੋਣ ਕਰਕੇ ਨਹੀਂ, EMPLOYMENT ਸਿਚੁਏਸ਼ਨ ਤੇ ਹੈ ਪਰ ਇਹਨਾਂ ਨੂੰ ਪਤਾ ਲੱਗਿਆ ਸੀਗਾ ਪਿਛਲੇ ਸਾਲ ਕਿ ਵੀ ਬਾਹਰ ਦੇ ਸਟੂਡੈਂਟ ਆ ਕੇ ਇੱਥੇ ਅਲਬਰਟਾ ਆ ਕੇ ਜੌਬਸ ਨੂੰ ਲੈ ਕੇ ਕੈਪਚਰ ਕਰਕੇ ANP ਨੂੰ ਸਲੋਟ ਲੈ ਰਹੇ ਹਨ। ਸੋ ਉਹਨਾਂ ਨੇ ਇਸ ਤਰ੍ਹਾਂ ਫੋਕਸ ਕਰਨਾ ਹੈ ਕਿ ਵੀ ਅਲਬਰਟਾ ਦੇ ਸਟੂਡੈਂਟ ਅਲਬਰਟਾ ਵਿੱਚ ਨੋਮੀਨੇਸ਼ਨ ਕਰਨ, ਨਾ ਕਿ ਬਾਹਰ ਦੇ ਆ ਕੇ। ਤੇ ਅਲਬਰਟਾ ਦੇ ਵਿੱਚ ਕੋਈ ਇਨਵੈਸਟਮੈਂਟ ਪਾਲਿਸੀਜ਼ ਕੋਈ ਇਹਨਾਂ ਨੇ ਚੇਂਜ ਕੀਤੀਆਂ ਵੀ ਕੋਈ ਬੰਦਾ ਇਨਵੈਸਟਮੈਂਟ ਕਰਕੇ ਇੰਨੇ ਪੈਸੇ ਜਮ੍ਹਾਂ ਕਰਾਓ ਜਾਂ ਇੰਨੇ ਪੈਸੇ ਇਨਵੈਸਟ ਕਰੋ? ਜੀ ਇਦਾਂ ਦੀ ਕੋਈ ਹੋਈ ਹੈ ਚੇਂਜ ਕੋਈ ਲੇਟ? ਜੀ ਰੀਸੈਂਟਲੀ ਮੈਂ ਉਹਦਾ ਇੱਕ ਪ੍ਰਿੰਟ ਆਊਟ ਕਰਕੇ ਵੀ ਲਿਆਂਦਾ ਐਕਚੁਅਲੀ। ਰੀਸੈਂਟਲੀ ਜਿਹੜੇ ਗ੍ਰੈਜੂਏਟਸ ਨੇ ਅਲਬਰਟਾ ਦੇ ਗ੍ਰੈਜੂਏਟਸ ਹੈ ਜਿਹੜੇ ਨੇ ਅਲਬਰਟਾ ਗ੍ਰੈਜੂਏਸ਼ਨ ਕਰਕੇ ਪੜ੍ਹਾਈ ਕਰਕੇ ਜਿਨ੍ਹਾਂ ਦੇ ਸਪੈਸ਼ਲੀ ਜਿਹਨਾਂ ਕੋਲ ਐਂਟਰਪ੍ਰੈਨਿਓਰਲ ਐਕਸਪੀਰੀਅੰਸ ਹੈ ਜਾਂ ਜਿਨ੍ਹਾਂ ਕੋਲ ਜਾਂ ਉਹਨਾਂ ਨੇ ਪੜ੍ਹਾਈ ਕੀਤੀ ਐਂਟਰਪ੍ਰੈਨਿਓਰਲ ਦੀ, ਉਹਦਾ ਦੀ ਲਿਸਟ ਦਿੱਤੀ ਹੋਈ ਉਹਨਾਂ ਦੀ ਵੈਬਸਾਈਟ ਤੇ। ਤੁਹਾਡਾ ਕੀ ਮਤਲਬ ਜਦੋਂ ਤੁਸੀਂ ਕਹਿੰਦੇ ਐਂਟਰਪ੍ਰੈਨਿਓਰ ਦੀ ਜਿਹੜੀ ਉਹਨਾਂ ਪੜ੍ਹਾਈ ਕੀਤੀ? ਹਾਂਜੀ ਜੀ, ਐਂਟਰਪ੍ਰੈਨਿਓਰ ਦੇ ਉਹਨਾਂ ਨੇ ਕੁਝ ਸਬਜੈਕਟ ਰੱਖੇ ਹੋਏ ਹੈ। ਸੋ ਅਗਰ ਜੇ ਤੁਸੀਂ ਜਾਂ ਤੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਐਂਟਰਪ੍ਰੈਨਿਓਰਲ ਜਿਹੜੇ ਐਕਟੀਵਿਟੀ ਕੋਈ ਪੜ੍ਹਾਈ ਕੀਤੀ ਹੋਈ ਹੈ, ਇਨਫੈਕਟ ਦੇ ਹੈਵ ਲਿਸਟਡ ਕਿਹੜੇ ਕੋਰਸ ਹੈ, ਤੇ ਉਹਦੇ ਬਾਅਦ ਤੁਸੀਂ ਅਗਰ ਤੁਹਾਡੇ ਕੋਲ ਪੈਸਾ ਹੈ ਤੇ ਤੁਸੀਂ ਕਿਸੇ ਵੀ ਕੰਪਨੀ 'ਚ ਇਨਵੈਸਟ ਕਰਕੇ ਤੁਸੀਂ ਐਜ਼ ਅ ਐਂਟਰਪ੍ਰੈਨਿਓਰ ਤੁਸੀਂ ਆਪਣਾ ਕਰ ਸਕਦੇ ਹੋ। ਪਹਿਲਾਂ ਤੇ ਹੁੰਦਾ ਸੀ, ਹੁਣ ਵੀ ਹੈ ਵੈਸੇ, ਕਿ ਤੁਸੀਂ ਜੌਬ ਦੇ ਬੇਸ ਤੇ ਕਰਨਾ ਹੈ। ਤੇ ਹੁਣ ਅਲਬਰਟਾ ਕਿਉਂਕਿ ਇੱਥੇ ਵੀ ਤੁਸੀਂ ਦੇਖ ਲਓ ਅਲਬਰਟਾ ਟਾਈਟ ਚੱਲ ਰਿਹਾ, ਇੱਥੇ ਬਜਟ ਡੈਫਿਸਿਟ ਹੋ ਰਿਹਾ, ਕਿੰਨਾ ਆਇਲ ਗੈਸ ਥੱਲੇ ਜਾ ਰਿਹਾ, ਸਭ ਕੁਝ ਹੈ। ਯੂ ਆਰ ਸੀਇੰਗ ਇਟ। ਮਤਲਬ ਪਿਛਲੇ 2-3 ਸਾਲ ਪਹਿਲਾਂ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਵੀ ਐਂਟਰਪ੍ਰੈਨਿਓਰ ਨੂੰ ਇਨਵਾਈਟ ਕਰਨ ਲਈ ਇਸ ਤਰ੍ਹਾਂ ਸਰਕਾਰ ਕਰੇਗੀ। ਲੇਕਿਨ ਹੁਣ ਅਲਬਰਟਾ ਨੂੰ ਪਤਾ ਹੈ ਕਿ ਜਦ ਤੱਕ ਫਰੈਸ਼ ਮਨੀ, ਜਦ ਤੱਕ ਫਰੈਸ਼ ਐਂਟਰਪ੍ਰਾਈਜ਼ ਨਹੀਂ ਹੋਏਗਾ, ਇੱਥੇ ਇਕਨੋਮੀ ਇਹਨਾਂ ਦੀ ਰੀਵਾਈਟਲਾਈਜ਼ ਨਹੀਂ ਹੋਣੀ। ਸੋ ਸਟੂਡੈਂਟਾਂ ਨੂੰ ਵੀ ਕਹਿਤਾ ਕਿ ਜੇ ਤੁਸੀਂ ਬਣਨਾ ਹੈ, ਅਗਰ ਜੇ ਇਨਵੈਸਟ ਕਰ ਸਕਦੇ ਹੋ ਉਹਦੇ ਥਰੂ ਵੀ ਤੁਸੀਂ ਉਸ ਪਾਥਵੇ ਦੇ ਥਰੂ ਵੀ ਤੁਸੀਂ ਕਰ ਲਓ ਤੇ ਆ ਜਾਓ। ਇਹ ਪਹਿਲਾਂ ਹੁੰਦਾ ਸੀ ਮੈਨੀਟੋਬਾ, ਠੀਕ ਮੈਨੀਟੋਬਾ ਹੁੰਦਾ ਸੀ ਪਹਿਲਾਂ, ਪਰ ਇਹ ਅਲਬਰਟਾ ਆ ਗਿਆ। ਆਈ ਡੋਂਟ ਨੋ ਕਿ BC ਹੈ ਕਿ ਨਹੀਂ ਹੈ, ਬਾਕੀ ਓਨਟਾਰੀਓ ਵੀ ਨਹੀਂ ਹੈ, ਬਹੁਤ ਸਾਰੇ ਸੂਬੇ 'ਚ ਨਹੀਂ ਹੈ। ਇਹ ਮੈਨੀਟੋਬਾ ਐਂਡ ਅਲਬਰਟਾ ਆਲਰੇਡੀ ਹੈ। ਅੱਛਾ, ਇੱਕ ਉਹ ਜਿਹੜਾ LMI ਵਾਲਾ ਸਿਲਸਿਲਾ ਸੀਗਾ ਜੀ, ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟ, ਇਹ ਵੀ ਸੁਣਿਆ ਜਾਂਦਾ ਵੀ ਲੋਕੀ ਐਕਸਪਲੋਇਟ ਵੀ ਬਹੁਤ ਹੋਏ ਆ ਉਸ ਸਿਲਸਿਲੇ ਦੇ ਵਿੱਚ। ਆਪਾਂ ਵੱਖਰੀਆਂ ਕਹਾਣੀਆਂ ਸੁਣਦੇ ਰਹੇ ਹਾਂ ਜੀ। ਉਹ ਸਰਕਾਰ ਨੇ LMI ਵਾਲਾ ਸਿਲਸਿਲਾ ਬਿਲਕੁਲ ਬੰਦ ਕਰ ਦਿੱਤਾ ਜੀ? ਨਹੀਂ, LMI ਵਾਲਾ ਸਿਲਸਿਲਾ ਬੰਦ ਨਹੀਂ ਹੋਇਆ ਐਕਚੁਅਲੀ। LMI ਕਿਉਂਕਿ ਕੋਵਿਡ ਕਰਕੇ ਇਕਨੋਮੀ ਡਾਊਨ ਹੈ, ਬਹੁਤ ਹੀ ਅਨਐਮਪਲੋਇਮੈਂਟ ਚੱਲ ਰਹੀ ਹੈ ਇੱਥੇ, ਤੇ ਲੋਕਾਂ ਕੋਲ ਜੌਬ ਉਸ ਤਰ੍ਹਾਂ ਹੈ ਨਹੀਂ। LMI ਦਾ ਪਰਪਸ ਪਹਿਲਾਂ ਹੁੰਦਾ ਸੀ, ਹੁਣ ਵੀ ਪਰਪਸ ਹੈ ਉਸ ਤਰ੍ਹਾਂ ਹੈ ਕਿ ਵੀ ਤੁਸੀਂ ਹਾਇਰ ਤਾਂ ਕਰਨਾ ਫੋਰਨ ਲੇਬਰ ਨੂੰ ਜਾਂ ਕਿ ਤੁਹਾਨੂੰ ਜਿਹੜਾ ਕੈਨੇਡੀਅਨ ਲੋਕਲ ਵਰਕਰ ਨਾ ਮਿਲੇ। ਸੋ ਕਿਉਂਕਿ ਆਲਰੇਡੀ ਇੱਥੇ ਬੇਰੁਜ਼ਗਾਰੀ ਬਹੁਤ ਹੈ, ਇਸ ਕਰਕੇ ਉਹਨਾਂ ਨੇ ਕਾਫੀ ਆਕੂਪੇਸ਼ਨਸ ਨੂੰ ਡੀਲਿਸਟ ਕਰਤਾ ਕਿ ਵੀ ਤੁਸੀਂ ਅਗਰ ਫਲਾਨੀ ਆਕੂਪੇਸ਼ਨ ਪਹਿਲਾਂ ਹੁੰਦਾ ਸੀ ਜੀ, ਤੁਸੀਂ ਅਗਰ 7-11 'ਚ ਕੰਮ ਕਰ ਰਹੇ ਹੋ ਜੀ, ਗੈਸ ਸਟੇਸ਼ਨ 'ਤੇ ਸੁਪਰਵਾਈਜ਼ਰ ਕੰਮ ਕਰ ਰਹੇ ਹੋ, ਜਾਂ ਛੋਟੇ ਰੈਸਟੋਰੈਂਟ 'ਚ ਸਬਵੇ, ਟਿਮ ਹੌਰਟਨਸ, ਇਸ ਤਰ੍ਹਾਂ ਦੇ ਫੂਡ ਕਾਊਂਟਰ ਅਟੈਂਡੈਂਟ ਇਸ ਤਰ੍ਹਾਂ ਕਰ ਰਹੇ ਹੋ। ਇਹ ਛੋਟੇ ਜਿਹੜੇ ਆਕੂਪੇਸ਼ਨ ਨੇ ਜਿੱਥੇ ਤਾਦਾਦ ਕਾਫੀ ਲੋਕ ਕਰਦੇ ਸੀ ਪਹਿਲਾਂ, ਇਹ ਸਾਰਾ ਉਹਨਾਂ ਨੇ ਡੀਲਿਸਟ ਕਰਕੇ ਉਹ ਕਰਤਾ ਕਿ ਵੀ ਇੱਥੇ ਆਲਰੇਡੀ ਹੀ ਕਾਫੀ ਲੇਬਰ ਫੋਰਸ ਅਵੇਲੇਬਲ ਹੈ। ਸੋ ਵੀ ਆਰ ਨਾਟ ਗੋਇੰਗ ਟੂ ਟੇਕ ਐਨੀ ਮੋਰ। ਸੋ ਇਸ ਤਰ੍ਹਾਂ ਤੇ ਕੁਝ ਖਾਸ ਜਿਹੜੇ ਹਾਈ ਸਕਿਲਡ ਆਕੂਪੇਸ਼ਨ ਜਿਸ ਤਰ੍ਹਾਂ ਇੰਜੀਨੀਅਰਸ ਹੈ, ਕੰਪਿਊਟਰਸ ਹੈ, ਇਸ ਤਰ੍ਹਾਂ ਉਹਨਾਂ ਨੂੰ ਰੱਖਿਆ, ਬਾਕੀਆਂ ਨੂੰ ਕਰਤਾ ਹੈ।
ਅੱਛਾ, ਕੁਝ ਹੈਗੇ ਆ ਜਿਹੜੇ ਹਾਂਜੀ। ਜਿਹੜੇ ਸੈਕਸ਼ਨਸ ਦੇ ਵਿੱਚ LMIA ਦਿੰਦੇ ਆ ਹਜੇ? ਜੀ ਹੈਗੇ ਮੇਰੇ ਕੋਲ ਲਿਸਟ ਹੈ। ਆਈ ਡੋਂਟ ਰੀਡ ਦਿਸ ਬਟ देयर इज अ लिस्ट ऑफ ਜਿਹੜੇ ਸਪੈਸ਼ਲੀ ਟੈਕਨੀਕਲ ਜੌਬਸ ਨੇ, ਜਿਹੜੇ ਹਾਈ ਲੈਵਲ ਜੌਬਸ ਨੇ, ਉਹ ਹਾਲੀ ਵੀ ਖੁੱਲੀ ਹੋਈ ਹੈ। ਅੱਛਾ, ਜਿਹੜੀ ਐਕਸਪ੍ਰੈਸ ਐਂਟਰੀ ਵਾਲੀ ਤੁਸੀਂ ਗੱਲ ਪਹਿਲਾਂ ਕੀਤੀ ਸੀਗੀ, ਉਹ ਇਹਨਾਂ ਨੇ ਹੁਣ ਸੱਦਾ ਪੱਤਰ ਦਿੱਤਾ ਜੀ, ਉਹਦੇ ਵਿੱਚ ਇਹਨਾਂ ਨੇ ਜਿਹੜੀ ਕੁਆਲੀਫਿਕੇਸ਼ਨ ਆ ਉਹ ਨੰਬਰ ਘਟਾ ਦਿੱਤੇ ਆ, ਪੁਆਇੰਟ? ਜੀ ਇਹ ਕਾਫੀ ਪਿਛਲੇ ਹਫਤੇ ਇਹ ਸਾਰੇ ਇੰਟਰਨੈਟ ਤੇ ਕੈਨੇਡਾ फेसबुक वाला हर जगह एक खबर बिल्कुल धमाकेदार खबर नशर हुई है कि होंदा इस तरह से कि एक्सप्रेस एंट्री द टिपिकल कट ऑफ वाज अबाउट 450 टिपिकल। ਤੇ ਇਸ ਟਾਈਮ ਉਹਨਾਂ ਨੇ ਜੋ ਇੱਕ ਡਰਾ ਕੱਢਿਆ ਹੋਇਆ ਉਹ ਹੈ 75 ਪੁਆਇੰਟ ਤੋਂ। ਅੱਛਾ। ਤੇ 75 ਪੁਆਇੰਟ ਕਿਹਦੇ ਆ ਸਕਦੇ ਆ? ਦੇਖੋ 75 ਪੁਆਇੰਟ ਤੇ ਹਰ ਇੱਕ ਦੇ ਆ ਸਕਦੇ ਆ, ਭਾਵੇਂ ਤੁਹਾਡੇ ਕੋਲ ਹਾਈ ਕੁਆਲੀਫਿਕੇਸ਼ਨ ਹੈ ਨਹੀਂ ਹੈ ਜਾਂ ਹਾਈ ਇੰਗਲਿਸ਼ ਵੀ ਨਹੀਂ ਹੈ। ਸੋ ਉਹਨਾਂ ਦਾ ਪਰਪਸ ਇਹ ਸੀ ਕਿ ਵੀ ਸਾਡਾ ਕੋਟਾ ਪੂਰਾ ਨਹੀਂ ਹੋ ਰਿਹਾ, ਕੋਵਿਡ ਕਰਕੇ ਐਕਸਪ੍ਰੈਸ ਐਂਟਰੀ ਐਪਲੀਕੇਸ਼ਨਸ ਪੂਲ ਸੈਟੀਸਫਾਈਡ ਨਹੀਂ ਹੋ ਪਾ ਰਹੇ ਸਾਰੇ, ਕਿਉਂਕਿ ਓਵਰ 400,000 4 ਲੱਖ ਤੋਂ ਵੱਧ ਇਹਨਾਂ ਦਾ ਕੋਟਾ ਹੈ ਇਸ ਸਾਲ ਦਾ ਬਿਕੋਜ਼ ਆਫ ਲਾਸਟ ਈਅਰ। ਸੋ ਜਦ ਤੱਕ ਉਹਨਾਂ ਨੇ ਬਿਲਕੁਲ ਹੀ ਇਕੱਠੇ ਹੀ ਸਾਰੇ ਨੂੰ ਸਮੇਟਣਾ ਨਹੀਂ, ਤਦ ਤੱਕ ਇਹ ਕੋਟਾ ਪੂਰਾ ਨਹੀਂ ਹੋਣਾ। ਇਸ ਕਰਕੇ ਉਹਨਾਂ ਨੇ ਜੋ ਵੀ ਸਟੂਡੈਂਟ ਆਲਰੇਡੀ ਇੱਥੇ ਆਇਆ ਹੋਇਆ ਹੈ, ਆਲਰੇਡੀ ਕੈਨੇਡਾ ਪਹੁੰਚਿਆ ਹੋਇਆ ਹੈ, ਜਿਹੜੇ ਕੰਮ ਕਰ ਚੁੱਕੇ ਹੈ, ਜਿਹਨਾਂ ਕੋਲ ਮਿਨੀਮਮ 12 ਮਹੀਨੇ ਦਾ ਐਕਸਪੀਰੀਅੰਸ ਹੈ, ਉਹਨਾਂ ਨੂੰ ਸਾਰੇ ਨੂੰ ਲਪੇਟ ਲਿਆ ਕਿ ਵੀ ਤੁਸੀਂ ਸਾਰੇ ਹੀ ਆ ਜਾਓ, ਸਾਰੇ ਨੂੰ ਪੱਕੇ ਕਰ ਦਿਆਂਗੇ। ਇਹ ਹੈ ਖਬਰ। ਇਨਫੈਕਟ ਹੋਇਆ ਇਸ ਤਰ੍ਹਾਂ ਹੈ ਕਿ ਕਈ ਇਮੀਗ੍ਰੇਸ਼ਨ ਲਾਇਰਸ ਐਂਡ ਕੰਸਲਟੈਂਟਸ ਲਾਈਕ ਮੀ ਆਲਸੋ, ਅਸੀਂ ਕਿਸੇ ਨੂੰ ਜੇਗਾ ਸਾਡੇ ਕੋਲ ਕੋਈ ਕਲਾਇੰਟ ਆਉਂਦਾ ਹੈ ਕਿ ਅਸੀਂ ਐਕਸਪ੍ਰੈਸ ਐਂਟਰੀ ਲਾਉਂਦੇ, ਅਸੀਂ ਕਹਿੰਦੇ ਕਿ ਵੀ ਤੁਹਾਡੇ ਕੋਲ ਤਾਂ ਪੁਆਇੰਟਸ ਹੈ ਨਹੀਂ, ਤੁਹਾਨੂੰ ਬੁਲਾਉਣ ਦੀ ਕੋਈ, ਜੇਕਰ ਤੁਹਾਡੇ ਕੋਲ 300 ਦੇ ਘੱਟ ਪੁਆਇੰਟਸ ਹੈ, ਤੁਹਾਨੂੰ ਐਕਸਪ੍ਰੈਸ ਐਂਟਰੀ ਲਾਉਣ ਦਾ ਕੋਈ ਫਾਇਦਾ ਨਹੀਂ। ਹੁਣ ਇਹ ਹੋਇਆ ਕਿ ਵੀ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਫਾਈਲ ਲੱਗੀ ਹੋਈ ਹੈ, ਭਾਵੇਂ ਪੁਆਇੰਟਸ ਹੈ ਕਿ ਨਹੀਂ ਹੈ, ਆਈ ਮੀਨ 75 ਐਟਲੀਸਟ, ਸਾਰੇ ਦਾ ਨੰਬਰ ਆ ਗਏ। ਐਂਡ ਆਈ ਹੋਪ ਕਿ ਦਿਸ ਟ੍ਰੈਂਡ ਵਿਲ ਕੰਟੀਨਿਊ ਫॉर ਇੱਕ ਆਧ ਬਾਰ ਹੋਰ ਚਲੇਗਾ ਥੋੜਾ ਬਹੁਤ, ਨਾਟ ਐਟ 75, ਮੇ ਬੀ ਐਟ 250 300 ਸਮਥਿੰਗ। ਸੋ ਅੱਜ ਕੱਲ ਰੁਝਾਨ ਇਹ ਹੈ ਕਿ ਵੀ ਹਰ ਇੱਕ ਨੇ ਐਕਸਪ੍ਰੈਸ ਐਂਟਰੀ ਫਾਈਲ ਬਣਾਉਣੀ ਹੈ ਆਪਣੀ, ਯੂ ਨੈਵਰ ਨੋ ਕਦ ਉਹਨਾਂ ਦਾ ਨੰਬਰ ਆ ਸਕਦਾ। ਇਹ ਤਾਂ ਉਹੀ ਗੱਲ ਹੋ ਗਈ, ਉਹ ਜਿਵੇਂ ਇੱਕ ਪਹਿਲਾਂ ਵੀ ਹੋਇਆ ਕਰਦੇ ਸੀ ਤੇ ਲੋਕ ਉਦੋਂ ਹੱਸ ਕੇ ਕਹਿੰਦੇ ਸੀ ਵੀ ਦੇਖੋ ਕਈ ਵਾਰੀ ਉਹ ਹੁੰਦਾ ਸੀ ਨਾ, ਆਪਣੇ ਕਹਿਣਾ ਸੰਤਾਂ ਨੇ ਪੱਲਾ ਹੀ ਫੇਰ ਦਿੱਤਾ। ਹਾਂਜੀ ਸਾਰੇ ਇਹ ਉਹ ਕੰਮ ਹੀ ਹੋਇਆ। ਚੰਗਾ ਭਾਈ ਆ ਜਾਓ ਸਾਰੇ ਜੀ। ਅੱਛਾ, ਇਹਦੇ ਚ ਜਿਹੜੇ ਇੰਡੀਆ 'ਚ ਬੈਠੇ ਆ ਬੰਦੇ, ਉਹਨਾਂ ਨੂੰ ਫਾਇਦਾ ਨਹੀਂ ਹੈ, ਉਹਨਾਂ ਨੂੰ ਸਿਰਫ ਇੱਥੋਂ ਵਾਲਿਆਂ ਲਈ ਇਹ ਸਿਰਫ ਉਹਨਾਂ ਨੂੰ ਫਾਇਦਾ ਹੈ ਜਿਨ੍ਹਾਂ ਕੋਲ 12 ਮਹੀਨੇ ਦਾ ਐਕਸਪੀਰੀਅੰਸ ਹੈ ਰੀਸੈਂਟਲੀ ਇਨ ਦ ਲਾਸਟ 3 years ਬਾय ਦ ਵੇ। ਇਹ ਨਹੀਂ ਕਿ ਕੋਈ ਕੰਮ ਕਰਕੇ ਚਲਾ ਗਿਆ ਜੀ, 10 ਸਾਲ ਪਹਿਲਾਂ ਕੰਮ ਕਰਕੇ ਚਲਾ ਗਿਆ, ਉਹ ਕਹਿ ਕੇ ਮੇਰਾ ਐਕਸਪੀਰੀਅੰਸ ਨਹੀਂ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਕਿ ਇਨ ਦ ਲਾਸਟ 3 years 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ। ਸੋ ਜਿਹੜਾ ਰੀਸੈਂਟ ਗ੍ਰੈਜੂਏਟ ਹੈ ਫਰੋਮ ਕੋਈ ਵੀ ਕਾਲਜ ਯੂਨੀਵਰਸਿਟੀ ਤੋਂ ਹੈ, ਜਿਹੜਾ ਆਲਰੇਡੀ ਇੱਥੇ PG ਵਰਕ ਪਰਮਿਟ ਤੇ ਕੰਮ ਕਰ ਰਿਹਾ ਹੈ, ਟਿਪੀਕਲੀ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਝੱਟ ਹੀ ਕਰ ਲੈਂਦੇ ਆ। ਸੋ ਉਹਨਾਂ ਨੂੰ ਫਾਇਦਾ ਪਹੁੰਚ ਗਿਆ। ਇਨਫੈਕਟ 85 to 90% ਇਹਦੇ ਵਿੱਚ ਸਾਰੇ ਸਟੂਡੈਂਟਸ ਹੈ ਜੀ, ਮੋਰਲੈਸ ਸਟੂਡੈਂਟਸ ਹੈ। ਬਾਕੀ ਡਾਇਰੈਕਟਲੀ ਵਰਕ ਪਰਮਿਟ ਵਾਲੇ ਵੀ ਹੋ ਸਕਦੇ हैं, ਲੇਕਿਨ ਇਹ ਸਾਰੇ ਮੈਜੋਰਿਟੀ ਸਟੂਡੈਂਟਸ ਹੈ ਸਾਰੇ। ਅੱਛਾ, ਜਿਹੜੀਆਂ ਫਿਰ ਬਾਕੀ ਦੀਆਂ ਫਾਈਲਸ ਹੁੰਦੀਆਂ ਜੀ, ਉਹ ਬਿਲਕੁਲ ਇਸ ਵੇਲੇ ਠੱਪਿਆ ਕੰਮ ਕਰ, ਜਿਹੜੇ ਮਤਲਬ ਕੋਈ ਪਰਿਵਾਰ ਦੀਆਂ ਉਹ ਆਫ ਕੋਰਸ ਜਿਹੜੇ ਮੈਰਿਜ ਕੇਸਿਸ ਹੈ, ਸਪਾਊਸ ਕੇਸ ਹੈ, ਜਿਸ ਤਰ੍ਹਾਂ ਸਪਾਊਸ ਕੇਸਿਸ ਮੈਂ ਬਹੁਤ ਜ਼ਿਆਦਾ ਕਰਦਾ ਹਾਂ। ਸਪਾਊਸ ਜਿਹੜੇ ਸਟੂਡੈਂਟ ਦੇ ਸਪਾਊਸ ਹੈ, ਉਹਨਾਂ ਦੀ ਐਪਲੀਕੇਸ਼ਨ ਚੱਲ ਰਹੀ ਹੈ, 1 ਸਾਲ 2 ਸਾਲ ਹੋ ਗਏ, ਉਹ ਪ੍ਰੋਸੈਸਿੰਗ ਉੱਦਾਂ ਹੀ ਚੱਲ ਰਹੀ ਹੈ। ਮਤਲਬ ਉਹ ਕਿਉਂਕਿ ਵਜ੍ਹਾ ਇਸ ਤਰ੍ਹਾਂ ਹੈ ਕਿ ਉਹ ਬਾਹਰ ਬੈਠੇ ਹੈ, ਬਾਹਰ ਤੋਂ ਇੱਕ ਤੇ ਪ੍ਰੋਸੈਸਿੰਗ ਕੈਪੈਸਿਟੀ ਨਹੀਂ ਹੈ, ਦੂਸਰਾ ਜੇਕਰ ਵੀਜ਼ਾ ਮਿਲ ਵੀ ਗਿਆ ਤੇ ਫਿਰ ਆ ਨਹੀਂ ਸਕਦੇ। ਮੇਰੇ ਕੋਲ ਕਈ ਕਲਾਇੰਟ ਇਸ ਤਰ੍ਹਾਂ ਬੈਠੇ ਜਿਨ੍ਹਾਂ ਕੋਲ ਵੀਜ਼ਾ ਵੀ ਹੈ ਲੇਕਿਨ ਉਹ ਆ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਟਰੈਵਲ ਆਥੋਰਾਈਜੇਸ਼ਨ ਨਹੀਂ ਹੈ ਆਉਣ ਦੀ, ਕਿਉਂਕਿ ਉਹ ਐਗਜ਼ੈਂਪਸ਼ਨ ਨੂੰ ਫਿਲਫਿਲ ਨਹੀਂ ਕਰਦੇ, ਕਿਉਂਕਿ ਉਹ ਆ ਨਹੀਂ ਸਕਦੇ, ਐਂਟਰ ਨਹੀਂ ਕਰ ਸਕਦੇ ਬਾਰਡਰ ਨੂੰ। ਇਸ ਕਰਕੇ ਸਰਕਾਰ ਦਾ ਇਹ ਹੈ ਕਿ ਜਿਹੜੇ ਐਪਲੀਕੈਂਟਸ ਇੱਥੇ ਆਲਰੇਡੀ ਬੈਠੇ ਹੋਏ ਆ, ਉਹਨਾਂ ਨੇ ਕਿਤੇ ਜਾਣਾ ਨਹੀਂ ਹੈ, ਇਹਨਾਂ ਨੂੰ ਅਸੀਂ ਵਿਦਨ ਕੈਨੇਡਾ ਹੀ ਪ੍ਰੋਸੈਸ ਕਰਕੇ PR ਨੂੰ ਦੇ ਦਿਆਂਗੇ। ਗੱਲ ਇਹ ਹੈ। ਤੇ ਜਿਹੜੇ ਜੀ ANP ਦੇ ਵਿੱਚ ਪ੍ਰੋਸੈਸਿੰਗ ਟਾਈਮ ਕਿੰਨਾ ਹੈਗਾ, ਇਹ ਕੋਵਿਡ ਕਰਕੇ ਕਿੰਨਾ ਕੁ ਲੱਗ ਰਿਹਾ ਹੈ, ਕੋਈ ਅੰਦਾਜ਼ਾ? ਕਿ ਸੰਗਾ ਸਾਹਿਬ ਮੈਨੂੰ ਉਹਦੀ ਖਬਰ ਨਹੀਂ ਹੈ। ਮੈਂ ਟਿਪੀਕਲੀ ਇਹ ਨਾਰਮਲ 5 ਤੋਂ 6 ਮਹੀਨੇ ਲੱਗਦੇ ਸੀ, ਤੇ ਇਹ ਮੇਰੇ ਖਿਆਲ ਹੈ ਕਿਉਂਕਿ ਕੋਟਾ ਜੋ ਪਿਛਲੇ ਸਾਲ ਅਲਬਰਟਾ ANP ਦਾ ਕੋਟਾ ਤਾਂ ਮੇਰੇ ਖਿਆਲ ਭਰ ਚੁੱਕਿਆ ਹੈ। ਇਸ ਵਕਤ ਉਹ ਫਰੈਸ਼ ਐਪਲੀਕੇਸ਼ਨ ਅੱਜ ਕੱਲ੍ਹ ਲੈ ਵੀ ਨਹੀਂ ਰਹੇ ਕਿਉਂਕਿ ਜਨਵਰੀ ਫਰਵਰੀ ਆ ਗਿਆ। ਸੋ ਆਈ ਐਮ ਬਿਲੀਵਿੰਗ ਕਿ ਇਹ ਐਟਲੀਸਟ ਡਬਲ ਤੇ ਪ੍ਰੋਸੈਸ ਟਾਈਮ ਹੋਏਗਾ ਜ਼ਰੂਰ, ਬਟ ਦਿਸ ਇਜ਼ ਮਾਈ ਗੈਸ। I have no direct knowledge ਕਿ ਕਿੰਨਾ ਲੱਗ ਰਿਹਾ, ਪਰ ਮੈਨੂੰ ਲੱਗ ਰਿਹਾ ਕਿ ਪ੍ਰੋਸੈਸਿੰਗ ਲੈਂਦੀ ਹੋ ਚੁੱਕਿਆ ਹੋਏਗਾ। ਅਮਰਜੋਤ ਜੀ, ਮੈਨੂੰ ਪਤਾ ਵੀ ਤੁਸੀਂ ਬੜਾ ਓਨੈਸਟਲੀ ਇਹ ਜਿਹੜਾ ਕੰਮ ਕਰਦੇ ਆ। ਵੈਸੇ ਇਹ ਜਿਹੜਾ ਸਿਲਸਿਲਾ ਹੈ, ਇਹਦੇ ਵਿੱਚ ਲੋਕੀ ਮੱਲੋ ਮੱਲੀ ਤੁਹਾਨੂੰ ਦੂਸਰੇ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕਰਦੇ ਆ,
ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਗੱਲ ਸੁਜੈਸਟ ਕਰਨੀ ਚਾਹੋ, ਦੱਸਣਾ ਚਾਹੋ? ਸੁਜੈਸਟ ਤੇ ਮੈਂ ਸੰਗਾ ਸਾਹਿਬ ਤੁਹਾਡੇ ਥਰੂ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜਦ ਵੀ ਕੋਈ ਐਪਲੀਕੇਸ਼ਨ ਕਰਨੀ ਹੈ, ਭਾਵੇਂ ਐਕਸਪ੍ਰੈਸ ਐਂਟਰੀ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਕੋਈ ਵੀ ਐਪਲੀਕੇਸ਼ਨ ਕਰਨੀ ਹੈ, ਉਹਦੇ ਬਾਰੇ ਪਹਿਲਾਂ ਸਮਝ ਲਓ। ਵੈਬਸਾਈਟ ਤੇ ਸਾਰੀ ਕੋਈ ਇਨਫੋਰਮੇਸ਼ਨ ਦਿੱਤੀ ਹੋਈ ਹੈ, ਉਹਨੂੰ ਪ੍ਰਿੰਟ ਕਰ ਲਓ, ਦੇਖ ਲਓ, ਸਮਝ ਲਓ, ਉਹਦੀ ਗਾਈਡਲਾਈਨਸ ਪੜ੍ਹ ਲਓ, ਆਪਣੇ ਆਪ ਨੂੰ ਫੈਮਿਲੀਅਰ ਕਰ ਲਓ ਕਿ ਵੀ ਅਸੀਂ ਫੁੱਲਫਿਲ ਕਰਦੇ ਹਾਂ ਕਿ ਨਹੀਂ ਇਹਦਾ ਕ੍ਰਾਈਟੇਰੀਆ। ਅਗਰ ਜੇ ਤੁਹਾਨੂੰ ਉਸ ਐਪਲੀਕੇਸ਼ਨ ਦੇ ਬਾਰੇ ਗੱਲਬਾਤ ਸਮਝ ਨਹੀਂ ਆ ਰਹੀ, ਦੈਨ ਯੂ ਕੈਨ ਕੰਟੈਕਟ ਇਮੀਗ੍ਰੇਸ਼ਨ ਲਾਇਰ, ਕੰਸਲਟੈਂਟ। ਉਹਨਾਂ ਤੋਂ ਜੋ ਵੀ ਉਹਨਾਂ ਦੀ ਕੰਸਲਟੇਸ਼ਨ ਚਾਰਜ ਹੈ, ਘੰਟਾ ਲਾ ਕੇ, ਅੱਧਾ ਘੰਟਾ ਸਾਰੀ ਸਮਝ ਲਓ, ਫਿਰ ਐਪਲੀਕੇਸ਼ਨ ਕਰੋ। ਜੇਕਰ ਤੁਹਾਨੂੰ ਕੋਈ ਅਨਨੈਸੈਸਰੀਲੀ ਕੋਈ ਪ੍ਰੋਮਿਸ ਕਰਦਾ ਕਿ ਤੁਹਾਡਾ ਵੀਜ਼ਾ ਅਸੀਂ ਕਰ ਦਿਆਂਗੇ ਜੀ, ਆਹ ਲੈ ਲਓ LMI ਹੈ, ਜੌਬ ਫॉर ਹੈ, ਕਰ ਦਿਆਂਗੇ ਜੀ, ਤੁਹਾਡਾ ਵੀਜ਼ਾ ਸ਼ਰਤੀ ਲੱਗ ਜਾਏਗਾ, 100% ਮੰਨ ਕੇ ਚੱਲੋ ਕਿ ਫਰਾਡ ਹੋਣ ਦੇ ਚਾਂਸਸ ਹੈ, ਤੇ ਤੁਹਾਡਾ ਪੈਸਾ ਮਾਰਾ ਜਾਏਗਾ, ਤੇ ਵੀਜ਼ਾ ਵੀ ਨਹੀਂ ਮਿਲੇਗਾ, ਤੇ ਬਲੈਕਲਿਸਟ ਵੀ ਹੋ ਜਾਓਗੇ, ਮਿਸਰੈਪ੍ਰੈਜ਼ੈਂਟੇਸ਼ਨ ਵੀ ਹੋ ਜਾਏਗਾ, ਨਕਲੀ ਡਾਕੂਮੈਂਟ ਲੱਗਿਆ ਤਾਂ ਤੁਸੀਂ ਫੜੇ ਜਾਓਗੇ। ਸੋ ਇਸ ਕਰਕੇ ਇਮੀਗ੍ਰੇਸ਼ਨ ਇੱਕ ਹੈ ਤੇ ਪੇਚੀਦਾ ਮਸਲਾ, ਲੇਕਿਨ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ ਹੈ, ਬਾਕੀ ਉਹਨਾਂ ਦੇ ਰਿਸੋਰਸਿਸ ਹੈ, ਕਾਫੀ ਟਰਾਂਸਪੇਰੈਂਟਲੀ ਉਹਨਾਂ ਨੇ ਸਮਝਾਇਆ ਹੋਇਆ ਹੈ। ਜੇ ਤੁਹਾਨੂੰ ਸਮਝ ਆ ਗਿਆ, ਦੈਟਸ ਵੰਡਰਫੁਲ, ਯੂ ਕੈਨ ਡੂ ਦ ਐਪਲੀਕੇਸ਼ਨ ਔਨ ਯੋਰ ਓਨ। ਨਹੀਂ ਹੈ ਤੇ ਕਿਸੇ ਥਰੂ ਵੀ ਜੇ ਕਰਵਾਉਣ ਤੋਂ ਪਹਿਲਾਂ ਉਸ ਚੀਜ਼ ਨੂੰ ਸਮਝ ਲਓ ਪਹਿਲਾਂ। ਇੱਕ ਗੱਲ ਤੁਸੀਂ ਹੋਰ ਵੀ ਕਿਹਾ ਕਰਦੇ ਆ ਵੀ ਜਿਹੜਾ ਫਾਰਮ ਦੇ ਵਿੱਚ ਕੋਈ ਗਲਤ ਰਿਪਰੈਜ਼ੈਂਟੇਸ਼ਨ ਨਹੀਂ ਹੋਣੀ ਚਾਹੀਦੀ। ਐਬਸੋਲੂਟਲੀ ਉਹਦਾ ਮੈਂ ਐਗਜ਼ਾਮਪਲ ਦੇ ਵੀ ਦਿਆਂ ਸੰਗਾ ਸਾਹਿਬ ਕਿ ਜੋ ਵੀ ਬੇਸਿਕ ਐਪਲੀਕੇਸ਼ਨ, ਭਾਵੇਂ ਸਟੱਡੀ ਵੀਜ਼ਾ ਐਪਲੀਕੇਸ਼ਨ ਹੈ, ਵਰਕ ਪਰਮਿਟ ਐਪਲੀਕੇਸ਼ਨ ਹੈ, ਜਾਂ ਟੂਰਿਸਟ ਵੀਜ਼ਾ ਐਪਲੀਕੇਸ਼ਨ, ਉਹਦੇ ਵਿੱਚ ਇੱਕ ਸਵਾਲ ਜ਼ਰੂਰ ਹਮੇਸ਼ਾ ਪੁੱਛਦੇ ਹੈ ਕਿ ਵੀ have you been refused for any country including Canada? ਕਈ ਐਪਲੀਕੈਂਟਸ, I would say more than 50% ਐਪਲੀਕੈਂਟ ਜਿਹੜੇ ਪਹਿਲੀ ਵਾਰ ਕੈਨੇਡਾ ਅਪਲਾਈ ਕਰਦੇ ਹੈ, ਅਗਰ ਉਹ ਆਸਟ੍ਰੇਲੀਆ, ਕੈਨੇਡਾ, ਕਿਸੇ ਹੋਰ ਕੰਟਰੀ ਲਈ ਅਗਰ ਰਿਫਿਊਜ਼ ਹੋ ਚੁੱਕੇ, ਉਹ ਕਹਿੰਦੇ ਛੱਡੋ ਕੀ ਕਰਨਾ, ਕਿਸੇ ਨੂੰ ਕੀ ਪਤਾ ਚੱਲੇਗਾ, ਆਪਾਂ ਸ਼ੋਅ ਨਹੀਂ ਕਰਦੇ, ਤੇ ਉਹ ਉਹਨਾਂ ਨੂੰ ਉਹ ਨੋ ਕਰ ਦਿੰਦੇ ਆ। ਉਹ ਬਾਅਦ 'ਚ ਪਤਾ ਲੱਗਦਾ ਕਿ ਉਹਨਾਂ ਦਾ ਕਨੈਕਸ਼ਨ ਦੇ ਤਾਰ ਤੇ ਅਮਰੀਕਾ ਨਾਲ ਜੁੜੀ, ਉਹ ਕਹਿੰਦੇ ਅਮਰੀਕਾ ਦੇ ਤੁਸੀਂ ਰਿਫਿਊਜ਼ ਹੋਏ ਸੀ, ਤੇ ਉਹ ਕਰਕੇ ਇਸ ਚੀਜ਼ ਨੂੰ ਡਿਟੈਕਟ ਕਰਕੇ 5 ਸਾਲ ਲਈ ਬੈਨ ਕਰ ਦਿੰਦੇ ਆ। ਸੋ ਇਸ ਕਰਕੇ ਫਾਰਮ ਭਾਵੇਂ ਇੰਗਲਿਸ਼ 'ਚ ਹੈ, ਲੇਕਿਨ ਉਹਨੂੰ ਸਮਝੋ ਪਹਿਲਾਂ, ਉਹਦਾ ਮਤਲਬ ਕੀ ਹੈ, ਕੁਐਸਚਨਸ ਕੀ ਹੈ, ਕਿਸੇ ਨੂੰ ਪੁੱਛ ਲਓਗੇ ਜੇ ਤੁਹਾਨੂੰ ਨਹੀਂ ਪਤਾ। ਬਹੁਤ ਬਹੁਤ ਧੰਨਵਾਦ ਜਨਾਬ ਸਮਾਂ ਦੇਣ ਲਈ, ਔਰ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਆ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।